पंजाब ਦੇ ਕਈ ਮਸਲੇ ਇਸ ਵਕਤ ਬੇहद ਧਿਆਨ ਮੰਗ ਰਹੇ ਨੇ। ਆਮ ਆਦਮੀ ਪਾਰਟੀ ਹਮੇਸ਼ਾ ਜ਼ਿਕਰ ਕਰਦੀ ਸੀ ਕਿ ਸਾਡੀ ਸੱਤਾ ਆਈ ਤਾਂ ਅਸੀਂ ਪਹਿਲ ਦੇ ਆਧਾਰ ਤੇ ਜਿਹੜੇ ਕੁਦਰਤੀ ਸੋਮਿਆਂ ਦੀ ਲੁੱਟ ਹੋ ਰਹੀ ਹੈ ਜਾਂ ਉਹਨਾਂ ਦੀ ਬੇਕਦਰੀ ਹੋ ਰਹੀ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਵਾਅਦਿਆਂ ਤੋਂ ਸ਼ਾਇਦ ਸਰਕਾਰ ਦੂਰ ਜਾ ਰਹੀ ਹੈ। ਜ਼ੀਰੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੋਰਚਾ ਲੱਗਾ ਹੋਇਆ, ਤੁਹਾਡੇ ਧਿਆਨ ਦੇ ਵਿੱਚ ਵੀ ਹੋਣਾ। ਲੱਗਦਾ ਕਿ ਮੌਜੂਦਾ ਸਰਕਾਰ ਵੀ ਉਹਨਾਂ ਲੀਹਾਂ ਤੇ ਚੱਲ ਪਈ ਜਿਹੜੀਆਂ ਤੇ ਪੁਰਾਣੀਆਂ ਚੱਲ ਰਹੀਆਂ। ਉਹਨਾਂ ਲੀਹਾਂ ਤੋਂ ਵੀ ਅੱਗੇ ਚੱਲ ਪਈ। ਮੌਜੂਦਾ ਸਰਕਾਰ ਆ, ਉਹਨਾਂ ਨੂੰ ਕਿਸੇ ਗੱਲ ਦੀ ਸੂਝ ਨਹੀਂ, ਸਮਝ ਨਹੀਂ, ਗਿਆਨ ਨਹੀਂ। ਨਾਰਥ ਜ਼ੋਨਲ ਮੀਟਿੰਗ ਹੋਈ ਸੀਗੀ ਜੈਪੁਰ ਦੇ ਵਿੱਚ, ਇਹ ਸਾਰੇ ਚੀਫ ਮਿਨਿਸਟਰ ਉੱਥੇ ਗਏ ਸੀਗੇ। ਬਦਕਿਸਮਤੀ ਨਾਲ ਪੰਜਾਬ ਦੇ ਚੀਫ ਮਿਨਿਸਟਰ ਉੱਥੇ ਨਹੀਂ ਗਏ ਔਰ ਹਰਜੋਤ ਬੈਂਸ ਨੇ ਉੱਥੇ ਇਸ ਕਿਸਮ ਦਾ ਸਟੈਂਡ ਲਿਆ ਜਿਹੜਾ ਕਿ ਬਿਲਕੁਲ ਹੀ ਐਂਟੀ ਪੰਜਾਬ ਸੀ। ਉਹਨਾਂ ਨੇ ਕਿਹਾ ਵੀ ਇੱਕ ਹੋਰ ਟ੍ਰਿਬਿਊਨਲ ਬਣਾ ਦਿਓ ਜਿਹਦੇ ਨਾਲ ਅਸੀਂ ਪੰਜਾਬ ਦੇ ਪਾਣੀਆਂ ਦੀ ਅਸੈਸਮੈਂਟ ਦੁਬਾਰਾ ਕਰਾ ਸਕੀਏ। ਉਸ ਤਾਂ ਉਹ ਵਕੀਲ ਆ, ਮੈਂ ਸੁਣਿਆ ਉਹਨਾਂ ਬਾਰੇ। ਟ੍ਰਿਬਿਊਨਲ ਹੈ ਇੰਟਰਸਟੇਟ ਵਾਟਰ ਡਿਸਪਿਊਟਸ ਟ੍ਰਿਬਿਊਨਲ ਐਕਟ ਆਫ 1956। ਪੰਜਾਬ ਤੋਂ ਬਗੈਰ ਕਿਸੇ ਹਿੰਦੁਸਤਾਨ ਦੀ ਹੋਰ ਕਿਸੇ ਐਡਮਿਨਿਸਟ੍ਰੇਸ਼ਨ ਜਾਂ ਟੈਰੀਟਰੀ ਜਾਂ ਸਟੇਟ ਨੂੰ ਟੱਚ ਨਹੀਂ ਕਰਦੇ। ਜਿਹੜਾ ਪੰਜਾਬ ਦਾ ਇੰਟਰਸਟ ਵਾਚ ਕਰਨ ਦੀ ਬਜਾਏ ਪੰਜਾਬ ਦੇ ਇੰਟਰਸਟ ਨੂੰ ਸੈਕਰੀਫਾਈਸ ਕਰ ਦਿੱਤਾ ਇਹ ਸਟੇਟਮੈਂਟ ਦੇ ਕੇ। ਇਹ ਜਿਹੜਾ ਪਾਣੀਆਂ ਦਾ ਮੁੱਦਾ ਹੈ ਕਨਸਟੀਟਿਊਸ਼ਨਲ ਮੈਟਰ ਹੈ ਕਿਉਂਕਿ ਮਸਲਾ ਬਹੁਤ ਗੰਭੀਰ ਆ ਔਰ ਪੰਜਾਬ ਨੇ ਆਪਣੇ ਆਲਰੇਡੀ ਇੰਟਰਸਟ ਆ ਜਿਹੜੇ ਸੈਕਰੀਫਾਈਸ ਕੀਤੇ ਆ। ਸੀਚੇਵਾਲ ਇਜ਼ ਅ ਵੈਰੀ ਬਿਗ ਫਰਾਡ। ਇਸੇ ਤਰੀਕੇ ਨਾਲ ਉਹਨੇ ਰੇਤਾ ਵੀ ਵੇਚਦਾ। ਉਹ ਜਿਹੜੀ ਆਮ ਪਾਰਟੀ ਦਾ ਕੇਜਰੀਵਾਲ ਉਹਦੀ ਇੱਕ ਪਾਲਿਸੀ ਆ ਪੰਜਾਬ ਨੂੰ ਹਰ ਪਹਿਲੂ ਤੋਂ ਸੱਟ ਮਾਰੀ ਜਾਵੇ। ਭਗਵੰਤ ਮਾਨ ਦੀ ਕੋਈ ਔਕਾਤ ਨਹੀਂ ਆਪਣੀ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਤੌਰ ਤੇ ਆਪਾਂ ਅਦਾਲਤੀ ਤੌਰ ਤੇ ਕਹੀਏ ਮਾਨਤਾ ਮਿਲ ਗਈ ਤਾਂ ਅਕਾਲੀ ਦਲ ਚੇਤਨਾ ਮਾਰਚ ਕੱਢ ਰਿਹਾ, ਕਹਿੰਦੇ ਕਿ ਪੰਥ ਨੂੰ ਦੋ ਫਾੜ ਕੀਤਾ ਜਾ ਰਿਹਾ। ਮਾਸਟਰ ਤਾਰਾ ਸਿੰਘ ਨਹਿਰੂ ਦੀ ਇੱਕ ਐਗਰੀਮੈਂਟ ਹੋਇਆ ਸੀ ਕਿ ਸਾਡੇ ਕਿਸੇ ਵੀ ਧਾਰਮਿਕ ਮਸਲੇ ਦੇ ਵਿੱਚ ਕਿਸੇ ਕਿਸਮ ਦੀ ਦਖਲਅੰਦਾਜ਼ੀ ਨਹੀਂ ਕੀਤੀ ਜਾਏਗੀ। ਪਟਨੇ ਦੇ ਵਿੱਚ ਹਜ਼ੂਰ ਸਾਹਿਬ ਦੇ ਵਿੱਚ ਬੋਰਡ ਬਣਾਤੇ, ਸਾਰੇ ਉਹ ਸੈਂਟਰਸ ਜਿਹੜੀਆਂ ਸਰਕਾਰਾਂ ਉਹ ਕੰਟਰੋਲ ਕਰਦੀਆਂ। ਸਾਡੇ ਧਰਮ ਦੀ ਗੁਰੂ ਨੇ ਸੋਵਰਨਿਟੀ ਦਿੱਤੀ ਸਾਨੂੰ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਇਸੇ ਗੱਲ ਦੇ ਉੱਤੇ ਹੈ। ਇਹ ਸਿੱਖਾਂ ਦੀ ਆਜ਼ਾਦਾਨਾ ਧਾਰਮਿਕ ਜਿਹੜੀ ਸ਼ਕਤੀ ਆ ਉਸ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਅਟੈਕ ਆ। ਤੁਹਾਡੇ ਧਿਆਨ ਦੇ ਵਿੱਚ ਵੀ ਹੋਣਾ ਹੈ ਕਿ ਅਮਰਿਤਪਾਲ ਸਿੰਘ ਨਾਮ ਦਾ ਨੌਜਵਾਨ ਵੀ ਲੋਕਾਂ ਦੇ ਵਿੱਚ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਜੇ ਉਹ ਸਿੱਖ ਹੈ, ਜੇ ਉਹ ਅੰਮ੍ਰਿਤ ਛਕਾਉਂਦਾ, ਮੈਂ ਸਮਝਦਾ ਬਹੁਤ ਵਧੀਆ ਗੱਲ ਕਰ ਰਿਹਾ। ਏਜੰਸੀਆਂ ਅੰਮ੍ਰਿਤ ਛਕਾਉਂਦੀਆਂ ਸਿੱਖਾਂ ਨੂੰ, ਮੈਂ ਸਮਝਦਾ ਮੈਂ ਤਾਂ ਵੈਲਕਮ ਕਰੂੰ ਉਹਨਾਂ ਨੂੰ। ਜਦੋਂ ਅੰਮ੍ਰਿਤ ਦੀ ਗੱਲ ਹੋਈ ਆ ਉਸ ਵੇਲੇ ਦੀ ਸਾਰੀ ਸਰਕਾਰ ਨੇ ਉਹ ਜਿਹੜਾ ਅੰਮ੍ਰਿਤ ਛਕਾਉਣ ਵਾਲਾ ਉਸ ਦੇ ਉੱਤੇ ਅਟੈਕ ਕੀਤੇ ਆ। ਫੁਲਫਿਲਮੈਂਟ ਆਫ ਗੁਰੂ ਨਾਨਕ's ਮਿਸ਼ਨ ਉਹਨੇ ਪੂਰਾ ਹੋਣਾ ਹੀ ਆ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੇ ਕਈ ਮਸਲੇ ਇਸ ਵਕਤ ਬੇहद ਧਿਆਨ ਮੰਗ ਰਹੇ ਨੇ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕਿ ਸੂਬਾ ਸਰਕਾਰ ਉਹਨਾਂ ਮਸਲਿਆਂ ਵੱਲ ਧਿਆਨ ਦੇ ਰਹੀ ਹੈ। ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਦਰਤੀ ਸੋਮਿਆਂ ਦੀ ਗੱਲ ਹੋਈ ਸੀ। ਆਮ ਆਦਮੀ ਪਾਰਟੀ ਹਮੇਸ਼ਾ ਜ਼ਿਕਰ ਕਰਦੀ ਸੀ ਕਿ ਸਾਡੀ ਸੱਤਾ ਆਈ ਤਾਂ ਅਸੀਂ ਪਹਿਲ ਦੇ ਆਧਾਰ ਤੇ ਜਿਹੜੇ ਕੁਦਰਤੀ ਸੋਮਿਆਂ ਦੀ ਲੁੱਟ ਹੋ ਰਹੀ ਹੈ ਜਾਂ ਉਹਨਾਂ ਦੀ ਬੇਕਦਰੀ ਹੋ ਰਹੀ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਪਰ ਪਿਛਲੇ ਲੰਮੇ ਸਮੇਂ ਤੋਂ ਜ਼ੀਰਾ ਦੇ ਵਿੱਚ ਜਿਸ ਤਰੀਕੇ ਨਾਲ ਪਾਣੀ ਦੀ ਜਿਹੜੀ ਲੜਾਈ ਜਿਹੜੇ ਆ ਉੱਥੋਂ ਦੇ ਲੋਕ ਲੜ ਰਹੇ ਨੇ, ਜਿਸ ਤਰੀਕੇ ਨਾਲ ਇੱਕ ਫੈਕਟਰੀ ਦੇ ਖਿਲਾਫ ਜੰਗ ਲੜ ਰਹੇ ਨੇ, ਤਾਂ ਲੱਗਦਾ ਹੈ ਕਿ ਬੜੀ ਚਿੰਤਾ ਦੀ ਗੱਲ ਹੈ ਕਿ ਵਾਅਦਿਆਂ ਤੋਂ ਸ਼ਾਇਦ ਸਰਕਾਰ ਦੂਰ ਜਾ ਰਹੀ ਹੈ। ਪਾਣੀ ਦੇ ਮਸਲੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਚੇਚੇ ਤੌਰ ਤੇ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਦੇ ਨਾਲ ਗੱਲ ਕਰਨੀ ਬੇहद ਵਾਜਬ ਹੈਗੀ ਕਿਉਂਕਿ ਲੰਮੇ ਸਮੇਂ ਤੋਂ ਪਾਣੀਆਂ ਦੇ ਮਸਲੇ ਦੀ ਗੱਲ ਕਰਦੇ ਰਹੇ ਨੇ। ਉਚੇਚੇ ਤੌਰ ਤੇ ਅੱਜ ਉਹਨਾਂ ਦੇ ਕੋਲ ਪਹੁੰਚੇ ਆ। ਇਸ ਮਸਲੇ ਦੇ ਨਾਲ ਧਾਰਮਿਕ ਮਸਲਿਆਂ ਤੇ ਵੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਢਿੱਲੋਂ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ। ਮਿਹਰਬਾਨੀ ਜੀ, ਤੁਹਾਨੂੰ ਵੀ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਤੁਹਾਡੇ ਸਰੋਤਿਆਂ ਨੂੰ ਸਤਿਕਾਰ ਸਹਿਤ ਪਿਆਰ ਸਹਿਤ ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਬੜੀ ਅਹਿਮ ਚੀਜ਼ ਹੈਗੀ ਇਸ ਵੇਲੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ। ਤੁਸੀਂ ਪਾਣੀ ਦੇ ਮਸਲੇ ਤੇ ਅਕਸਰ ਆਪਣਾ ਪੱਖ ਰੱਖਦੇ ਰਹੇ ਹੋ ਕਿ ਸਰਕਾਰਾਂ ਨੇ ਕਿਸ ਤਰੀਕੇ ਨਾਲ ਬੇਕਦਰੀ ਕੀਤੀ ਤੇ ਪਾਣੀ ਦੀ ਧਿਆਨ ਨਹੀਂ ਦਿੱਤਾ ਪਾਣੀ ਵੱਲ। ਜ਼ੀਰੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੋਰਚਾ ਲੱਗਾ ਹੋਇਆ, ਤੁਹਾਡੇ ਧਿਆਨ ਦੇ ਵਿੱਚ ਵੀ ਹੋਣਾ। ਲੱਗਦਾ ਕਿ ਮੌਜੂਦਾ ਸਰਕਾਰ ਵੀ ਉਹਨਾਂ ਲੀਹਾਂ ਤੇ ਚੱਲ ਪਈ ਜਿਹੜੀਆਂ ਤੇ ਪੁਰਾਣੀਆਂ ਚੱਲ ਰਹੀਆਂ। ਉਹਨਾਂ ਲੀਹਾਂ ਤੋਂ ਵੀ ਅੱਗੇ ਚੱਲ ਪਈ। ਉਹ ਜਿਹੜੀ ਮੌਜੂਦਾ ਸਰਕਾਰ ਆ ਇਸ ਦੇ ਵਿੱਚ ਜਿਹੜੇ ਕਾਰਨ ਕੋਨਾ ਵੱਡੇ ਲੀਡਰ ਆ ਉਹਨਾਂ ਨੂੰ ਕਿਸੇ ਗੱਲ ਦੀ ਸੂਝ ਨਹੀਂ, ਸਮਝ ਨਹੀਂ, ਗਿਆਨ ਨਹੀਂ, ਜਾਂ ਉਹ ਜਾਣੇ ਅਨਭੋਲ ਹੋ ਕੇ ਮਤਲਬ ਪੰਜਾਬ ਦੇ ਮੁੱਦਿਆਂ ਦਾ ਘੋਲ ਮਚੋਲ ਕਰ ਰਹੇ ਆ। ਜਿਵੇਂ ਮੈਂ ਤੁਹਾਨੂੰ ਇੱਕ ਮਿਸਾਲ ਦੇ ਰਿਹਾ,
ਨਾਰਥ ਜ਼ੋਨਲ ਮੀਟਿੰਗ ਹੋਈ ਸੀਗੀ ਜੈਪੁਰ ਦੇ ਵਿੱਚ, ਜਿਹਦੇ ਚ ਨਾਰਥ ਜ਼ੋਨ ਦੇ ਵੱਡੇ ਸਾਰੇ ਜਿੰਨੇ ਸੂਬੇ ਆ, ਚਾਹੇ ਉਹ ਰਾਜਸਥਾਨ ਆ, ਚਾਹੇ ਹਰਿਆਣਾ ਹੈ, ਚਾਹੇ ਹਿਮਾਚਲ ਹੈ, ਚਾਹੇ ਪੰਜਾਬ ਆ ਜਾਂ ਯੂਟੀ ਐਡਮਿਨਿਸਟ੍ਰੇਸ਼ਨ ਆ, ਇਹ ਸਾਰੇ ਚੀਫ ਮਿਨਿਸਟਰ ਉੱਥੇ ਗਏ ਸੀਗੇ। ਬਦਕਿਸਮਤੀ ਨਾਲ ਪੰਜਾਬ ਦੇ ਚੀਫ ਮਿਨਿਸਟਰ ਉੱਥੇ ਨਹੀਂ ਗਏ। ਉਹਨਾਂ ਨੇ ਆਪਣਾ ਨੁਮਾਇੰਦਾ ਭੇਜਦਾ ਸੀ ਹਰਜੋਤ ਬੈਂਸ ਤੇ ਹਰਪਾਲ ਸਿੰਘ ਚੀਮਾ ਨੂੰ, ਔਰ ਹਰਜੋਤ ਬੈਂਸ ਨੇ ਉੱਥੇ ਇਸ ਕਿਸਮ ਦਾ ਸਟੈਂਡ ਲਿਆ ਜਿਹੜਾ ਕਿ ਬਿਲਕੁਲ ਹੀ ਐਂਟੀ ਪੰਜਾਬ ਸੀ, ਕਿਉਂਕਿ ਇਹ ਨਹੀਂ ਗੱਲ ਵੀ ਹੋ ਸਕਦਾ ਉਹਨਾਂ ਦੀ ਇੰਟੈਂਸ਼ਨ ਪੰਜਾਬ ਦੇ ਹੱਕ ਵਿੱਚ ਹੋਵੇ, ਪਰ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ। ਕੀ ਕਿਹਾ ਉਹਨਾਂ ਨੇ ਉੱਥੇ ਜਾ ਕੇ? ਉਹਨਾਂ ਨੇ ਕਿਹਾ ਵੀ ਇੱਕ ਹੋਰ ਟ੍ਰਿਬਿਊਨਲ ਬਣਾ ਦਿਓ ਜਿਹਦੇ ਨਾਲ ਅਸੀਂ ਪੰਜਾਬ ਦੇ ਪਾਣੀਆਂ ਦੀ ਅਸੈਸਮੈਂਟ ਦੁਬਾਰਾ ਕਰਾ ਸਕੀਏ। ਉਸ ਊਂ ਤਾਂ ਉਹ ਵਕੀਲ ਆ, ਮੈਂ ਸੁਣਿਆ ਉਹਨਾਂ ਬਾਰੇ, ਪਰ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਟ੍ਰਿਬਿਊਨਲ ਦਾ ਮਤਲਬ ਕੀ ਹੈ। ਟ੍ਰਿਬਿਊਨਲ ਹੈ ਇੰਟਰਸਟੇਟ ਵਾਟਰ ਡਿਸਪਿਊਟਸ ਟ੍ਰਿਬਿਊਨਲ ਐਕਟ ਆਫ 1956, ਕਿਉਂਕਿ ਇੰਟਰਸਟੇਟ ਰਿਵਰਸ ਦੇ ਉੱਤੇ ਹੀ ਲੱਗ ਸਕਦਾ ਹੈਗਾ ਟ੍ਰਿਬਿਊਨਲ। ਸਾਡੇ ਜਿਹੜੇ ਦਰਿਆ ਉਹ ਸਿੰਗਲ ਸਟੇਟ ਰਿਵਰ ਹੈ, ਉਹ ਪੰਜਾਬ ਤੋਂ ਬਗੈਰ ਕਿਸੇ ਹਿੰਦੁਸਤਾਨ ਦੀ ਹੋਰ ਕਿਸੇ ਐਡਮਿਨਿਸਟ੍ਰੇਸ਼ਨ ਜਾਂ ਟੈਰੀਟਰੀ ਜਾਂ ਸਟੇਟ ਨੂੰ ਟੱਚ ਨਹੀਂ ਕਰਦੇ। ਤੋ ਇਹ ਗੱਲ ਬਹੁਤ ਵੱਡੀ ਬਲੰਡਰ ਕਰ ਲਈ ਉਹਨਾਂ ਨੇ ਉੱਥੇ ਕਹਿ ਕੇ, ਔਰ ਆਪਣੇ ਗਲ ਦੇ ਵਿੱਚ ਹੀ ਜਿਹੜਾ ਪੰਜਾਬ ਦਾ ਇੰਟਰਸਟ ਵਾਚ ਕਰਨ ਦੀ ਬਜਾਏ ਪੰਜਾਬ ਦੇ ਇੰਟਰਸਟ ਨੂੰ ਸੈਕਰੀਫਾਈਸ ਕਰ ਦਿੱਤਾ। ਇਹ ਸਟੇਟਮੈਂਟ ਦੇ ਕੇ ਹਰਜੋਤ ਬੈਂਸ ਨੇ ਸਟੇਟਮੈਂਟ ਦਿੱਤੀ, ਔਰ ਮਤਲਬ ਹੁਣ ਕੀ ਐਕਸਪੈਕਟ ਕਰ ਸਕਦੇ ਹੋ? ਜੋ ਇਹ ਕਹਿੰਦੇ ਰਹੇ ਪਹਿਲਾਂ ਜੋ ਇਲੈਕਸ਼ਨ ਤੋਂ ਪਹਿਲਾਂ ਬਹੁਤ ਸਾਰੇ ਪ੍ਰੋਮਿਸਿਸ ਦਿਖਾਏ, ਬਹੁਤ ਸਾਰੀਆਂ ਲੋਕਾਂ ਨੂੰ ਮਤਲਬ ਕਿਹਾ ਜੀ ਅਸੀਂ ਆਹ ਕਰਾਂਗੇ, ਉਹ ਕਰਾਂਗੇ, ਐਂ ਕਰਾਂਗੇ। ਪਹਿਲਾਂ ਗੱਲ ਨੂੰ ਤਾਂ ਸਮਝ ਲਓ, ਗੱਲ ਦੀ ਗਹਿਰਾਈ, ਉਹਦੀ ਕੰਸਟੀਟਿਊਸ਼ਨੈਲਿਟੀ ਤਾਂ ਸਮਝੋ। ਇਹ ਜਿਹੜਾ ਪਾਣੀਆਂ ਦਾ ਮੁੱਦਾ ਹੈ ਕੰਸਟੀਟਿਊਸ਼ਨਲ ਮੈਟਰ ਹੈ, ਇਹ ਕ੍ਰਿਮੀਨਲ ਕੇਸ ਨਹੀਂ ਹੈ, ਸਿਵਲ ਸੂਟ ਨਹੀਂ ਹੈ। ਇਸ ਦੀ ਜਿਹੜੀ ਕੰਸਟੀਟਿਊਸ਼ਨੈਲਿਟੀ ਆ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਆ, ਕਿਉਂਕਿ ਮਸਲਾ ਬਹੁਤ ਗੰਭੀਰ ਆ, ਔਰ ਪੰਜਾਬ ਨੇ ਆਪਣੇ ਆਲਰੇਡੀ ਇੰਟਰਸਟ ਆ ਜਿਹੜੇ ਸੈਕਰੀਫਾਈਸ ਕੀਤੇ ਆ। ਜਿਵੇਂ ਮੈਂ ਹੁਣ ਤੁਹਾਨੂੰ ਟ੍ਰਿਬਿਊਨਲ ਦੀ ਗੱਲ ਕਹਾਂ, ਦੇਖੋ ਜਦੋਂ ਰਾਜੀਵ ਲੌਂਗੋਵਾਲ ਅਕੋਰਡ ਹੋਇਆ 1985 ਦੇ ਵਿੱਚ, ਉਸ ਦੇ ਵਿੱਚ ਸਾਡੇ ਹੀ ਕੈਰਨ ਕੋਨਾ ਨੇ ਜਿਹੜਾ ਲੌਂਗੋਵਾਲ ਸੀ ਉਸ ਨੇ ਆਪ 9ਵੀਂ ਮਾਦੇ 'ਚ ਲਿਖ ਕੇ ਦਿੱਤਾ ਵੀ ਟ੍ਰਿਬਿਊਨਲ ਨੂੰ ਰੈਫਰ ਕਰ ਦਿਓ। ਹਾਲਾਂਕਿ ਟ੍ਰਿਬਿਊਨਲ ਜਿਹੜਾ ਹੈ ਉਹ ਇੰਟਰਸਟੇਟ ਵਾਟਰ ਡਿਸਪਿਊਟਸ ਟ੍ਰਿਬਿਊਨਲ ਐਕਟ 1956 ਦਾ, ਔਰ ਇੱਥੇ ਵੀ ਕੋਈ ਇਸ ਕਿਸਮ ਦੇ ਆਪਣੇ ਆਪ ਨੂੰ ਬਹੁਤ ਵੱਡੇ ਕਹਿੰਦੇ ਸੀ, ਮੈਂ ਐਕਸਪਰਟ ਹਾਂ, ਅਸੀਂ ਦੁਨੀਆ ਦੇ ਪਾਣੀਆਂ ਦੀ ਸਾਨੂੰ ਸਮਝ ਆ। ਉਹਨਾਂ ਨੂੰ ਸਮਝ ਨਹੀਂ ਸੀ ਵੀ ਟ੍ਰਿਬਿਊਨਲ ਕੀ ਹੁੰਦਾ, ਤੇ ਦੂਸਰਾ ਜਿਹੜੀ ਪੰਜਾਬ ਦੇ ਦਰਿਆਵਾਂ ਦੀ ਸਿਚੁਏਸ਼ਨ ਉਹ ਕੀ ਹੈਗੀ। ਸਰ ਇੱਕ ਬੜੀ ਅਹਿਮ ਚੀਜ਼ ਹੈ, ਜਿਸ ਤਰੀਕੇ ਨਾਲ ਇਸ ਵੇਲੇ ਮੈਂ ਕਿਉਂਕਿ ਉਸ ਮੁੱਦੇ ਵੱਲ ਧਿਆਨ ਲਿਆਵਾਂ ਤੁਹਾਡਾ ਕਿ ਜ਼ੀਰਾ ਦੇ ਵਿੱਚ 80-81 ਦਿਨਾਂ ਤੋਂ ਧਰਨਾ ਚੱਲ ਰਿਹਾ ਹੈਗਾ, ਲਗਾਤਾਰ ਮੰਗ ਕਰ ਰਹੇ ਨੇ। ਉੱਥੇ ਕਹਿੰਦੇ ਕਿ ਐਨਜੀਟੀ ਦੀ ਇੱਕ ਰਿਪੋਰਟ ਆਈ, ਕਹਿੰਦੇ ਕਿ ਪਾਣੀ ਸਹੀ ਹੈਗਾ ਤੇ ਸਿਰਫ ਰੰਗ ਬਦਲਿਆ। ਕਹਿੰਦੇ ਤੁਹਾਨੂੰ ਲੱਗਦਾ ਕਿ ਇਦਾਂ ਹੋ ਸਕਦਾ ਕਿ ਪਾਣੀ ਦਾ ਰੰਗ ਬਦਲ ਜਾਵੇ? ਤਾਂ ਪਾਣੀ ਦਾ ਰੰਗ ਤਾਂ ਬਦਲ ਹੀ ਨਹੀਂ ਸਕਦਾ। ਪਾਣੀ ਦਾ ਨੇਚਰਲ ਰੰਗ ਹੈਗਾ, ਜੋ ਹੈ ਸੋ ਹੈ। ਉਹਨੂੰ ਰੰਗੀਨ ਤਾਂ ਲੋਕਾਂ ਨੇ ਬਣਾਇਆ ਨਾ, ਆਪਣੀਆਂ ਇਸ ਕਿਸਮ ਦੀਆਂ ਬਹੁਰੀਤੀਆਂ ਨਾਦਾਨੀਆਂ ਦੇ ਨਾਲ ਜਾਂ ਚਲਾਕੀਆਂ ਦੇ ਨਾਲ, ਹੁਸ਼ਿਆਰੀਆਂ ਦੇ ਨਾਲ। ਜਿਹੜਾ ਉਸ ਫੈਕਟਰੀ ਦਾ ਪਾਣੀ ਆ ਉਹ ਉਹਨਾਂ ਨੇ ਬਹੁਤ ਨਿਚਲੀ ਸਤਹ ਦੇ ਵਿੱਚ ਸਬ ਸੋਇਲ ਲੈਵਲ ਤੇ ਲਿਜਾ ਕੇ ਸਿੱਟ ਰਹੇ ਆ, ਤੇ ਜਦੋਂ ਰੀਸਾਈਕਲ ਹੋ ਕੇ ਬਾਹਰ ਆਏਗਾ ਉਹ ਆਪਣਾ ਜਿਹੜਾ ਉਹੀ ਰੰਗ ਰੂਪ ਨਹੀਂ ਛੱਡ ਸਕਦਾ। ਉਹਦੇ ਵਿੱਚ ਕਈ ਕਿਸਮ ਦੀਆਂ ਇੰਪਿਉਰਿਟੀਜ਼ ਹੋਣਗੀਆਂ, ਕਈ ਕਿਸਮ ਦੇ ਉਹਦੇ 'ਚ ਇਸ ਕਿਸਮ ਦੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਸਿਹਤ ਲਈ ਬਹੁਤ ਘਾਤਕ ਹੋਣ। ਇਸੇ ਕਰਕੇ ਉਸ ਏਰੀਏ ਦੇ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਹੋ ਰਿਹਾ। ਦੇਖੋ 3 ਚੀਜ਼ਾਂ ਕੁਦਰਤ ਨੇ ਇਨਸਾਨ ਨੂੰ ਦਿੱਤੀਆਂ, ਔਰ ਉਹ ਗਰੀਬ ਤੋਂ ਗਰੀਬ ਇਨਸਾਨ ਨੂੰ ਵੱਧ ਮਿਲੀਆਂ, ਅਮੀਰ ਤੋਂ ਅਮੀਰ ਇਨਸਾਨ ਨੂੰ ਘੱਟ ਮਿਲੀਆਂ। ਕੀ ਹੈ? ਪਾਣੀ ਹੈ, ਪਾਣੀ ਹੈ, ਹਵਾ ਹੈ, ਧੁੱਪ ਹੈ। ਪਾਣੀ, ਹਵਾ, ਧੁੱਪ। ਗਰੀਬ ਇਨਸਾਨ ਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਖਾਣ ਪੀਣ ਨੂੰ ਨਹੀਂ ਹੁੰਦੀਆਂ, ਪਰ ਉਹ ਕੁਦਰਤ ਨੇ ਉਸ ਨੂੰ ਸਾਫ਼ ਹਵਾ ਜੇ ਦੇ ਦਿੱਤੀ, ਉਸ ਦੇ ਵਿੱਚੋਂ ਬਹੁਤ ਕੁਝ ਮਿਲ ਜਾਂਦਾ। ਜੇ ਇਸੇ ਤਰੀਕੇ ਨਾਲ ਸਾਫ਼ ਪਾਣੀ ਮਿਲ ਗਿਆ, ਉਸ ਤੋਂ ਉਸ ਨੂੰ ਬਹੁਤ ਕੁਝ ਮਿਲ ਜਾਂਦਾ। ਹੁਣ ਦੇਖੋ ਵਿਟਾਮਿਨ ਡੀ ਜਿਹੜਾ ਹੈਗਾ ਭੋਗਲ ਜੀ, ਉਹ ਉਹਦੇ 'ਚ ਕੋਈ ਕਿਸੇ ਕਿਸਮ ਦਾ, ਜਿੰਨੇ ਵੀ ਵਿਟਾਮਿਨ ਡੀ ਦੀਆਂ ਗੋਲੀਆਂ ਉਹ ਸਾਰੀਆਂ ਫੇਕ ਹੁੰਦੀਆਂ। ਜੋ ਵਿਟਾਮਿਨ ਡੀ ਸੂਰਜ ਤੋਂ ਮਿਲਦਾ ਉਹ ਕਿਸੇ ਹੋਰ ਜਗ੍ਹਾ ਤੋਂ ਮੁਹੱਈਆ ਨਹੀਂ ਹੁੰਦਾ। ਤੁਹਾਨੂੰ ਮੈਂ ਇੱਕ ਖਾਸ ਤੌਰ 'ਤੇ ਤੁਹਾਡੇ ਸਰੋਤਿਆਂ ਨੂੰ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ, ਜਦੋਂ ਪੁਰਾਣੇ ਟਾਈਮਾਂ ਦੇ ਵਿੱਚ ਅੰਗਰੇਜ਼ਾਂ ਨੇ ਦਿਨ ਦੇ 9 ਗਿਣੇ ਵੀ 7 ਹਫ਼ਤੇ ਦੇ 7 ਦਿਨ,
ਅਖੀਰਲਾ ਦਿਨ ਉਹਨਾਂ ਨੇ ਕਿਹਾ ਸਨ ਡੇ, ਸਨ SUN ਸਨ, ਸੂਰਜ ਦਾ ਮਤਲਬ ਹੈ ਡੇ, ਸੂਰਜ ਵਾਲਾ ਦਿਨ। ਕੀ ਮਤਲਬ ਹੈ? ਉਹ ਠੰਡੇ ਮੁਲਕ ਆ, ਉੱਥੇ ਬਹੁਤ ਸਾਰੇ ਲੋਕ ਨੂੰ ਜਦੋਂ ਕੰਮ ਕਰਦੇ ਆ ਉਹ ਫੈਕਟਰੀਆਂ ਦੇ ਵਿੱਚ ਅੰਦਰ ਰਹਿੰਦੇ ਆ, ਉਹ ਸੂਰਜ ਦੇ ਸਾਹਮਣੇ ਨਹੀਂ ਆ ਸਕਦੇ, ਉਹਨਾਂ ਦੀਆਂ ਮਜਬੂਰੀਆਂ ਹੁੰਦੀਆਂ। ਤਾਂ ਉਹਨਾਂ ਨੇ ਕਿਹਾ ਵੀ ਸੰਡੇ ਦੀ ਅਸੀਂ ਛੁੱਟੀ ਕਰਨ ਲੱਗੇ ਆ, ਕਿਉਂਕਿ ਇਹ ਸਨ ਡੇ ਹੈ। ਸੂਰਜ ਦੇ ਵਿੱਚ ਜਾ ਕੇ ਬੈਠੋ, ਬੀਚਸ ਦੇ ਵਿੱਚ ਤੁਸੀਂ ਜਾਓ, ਆਪਣੇ ਬਦਨ ਨੂੰ ਵੱਧ ਤੋਂ ਵੱਧ ਜਿੰਨੀ ਤੁਸੀਂ ਧੁੱਪ ਲਗਾ ਸਕਦੇ ਹੋ ਲਗਵਾਓ, ਤਾਂ ਕਿ ਤੁਸੀਂ ਰਿਸ਼ਟ ਪੁਸ਼ਟ ਰਹਿ ਸਕੋ। ਸੋ ਇਹ ਗੱਲ ਬੜੀ ਅਹਿਮ ਹੈ ਕਿ ਇਹ ਗੱਲ ਸਮਝ ਲਈਏ ਵੀ ਉਹਨਾਂ ਨੇ ਏਂਸ਼ੀਅੰਟ ਟਾਈਮਸ ਤੋਂ ਇਹ ਦਿਨ ਦਾ ਨਾਂ ਸਨ ਡੇ ਕਿਉਂ ਰੱਖਿਆ। ਢਿੱਲੋਂ ਸਾਹਿਬ, ਇੱਕ ਬੜੀ ਅਹਿਮ ਚੀਜ਼, ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀਗੇ ਪਾਣੀ ਦੇ ਮਸਲੇ ਤੇ ਜਦੋਂ ਕੋਈ ਸਰਹੱਦ ਬੰਦੇ ਅੱਗੇ ਲਾਏ ਜਾਣ ਤਾਂ ਆਸ ਵੱਜ ਜਾਂਦੀ ਹੈ ਕਿ ਹਾਂ ਕੋਈ ਚੰਗਾ ਕੰਮ ਹੋਊਗਾ। ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਮੈਂਬਰ ਬਣਾ ਕੇ ਭੇਜੇ ਸੰਤ ਸੀਚੇਵਾਲ, ਬਲਵੀਰ ਸਿੰਘ ਸੀਚੇਵਾਲ, ਉਹ ਧਰਨੇ ਤੇ ਵੀ ਗਏ, ਕਹਿੰਦੇ ਕਿ ਆਸ ਸੀ ਲੋਕਾਂ ਨੂੰ, ਪਰ ਉਦਾਂ ਦੀ ਕੋਈ ਕਾਰਵਾਈ ਨਹੀਂ ਹੋਈ। ਹੀ ਇਜ਼ ਅ ਸਕਸੈਸਫੁਲ ਫਰਾਡ, ਮੈਂ ਉਸ ਨੂੰ ਸਕਸੈਸਫੁਲ ਫਰਾਡ ਮੰਨਦਾ। ਪੰਜਾਬ ਦੇ ਲੋਕ ਬੜੇ ਸਿੰਪਲ ਢਾਨਾ, ਸਿੱਧੇ ਸਾਦੇ ਲੋਕ ਆ, ਵਿਸ਼ਵਾਸ ਦੇ ਪਾਤਰ ਆ ਉਹ, ਕਿਉਂਕਿ ਬਾਣੀ ਦੇ ਵਿੱਚ ਇਹੀ ਲਿਖਿਆ ਵੀ ਤੁਸੀਂ ਇੱਕ ਦੂਜੇ ਤੇ ਵਿਸ਼ਵਾਸ ਕਰੋ ਤਾਂ ਹੀ ਚੰਗਾ ਜੀਵਨ ਜਿਉ ਸਕਦੇ ਹੋ। ਪੰਜਾਬ ਦੇ ਲੋਕ ਹਰ ਉਸ ਕਿਸਮ ਬੰਦੇ ਦੇ ਮਤਲਬ ਹੇਰਾ ਫੇਰੀ ਦੇ ਕਲਾਵੇ ਵਿੱਚ ਆ ਜਾਂਦੇ ਆ। ਸੀਚੇਵਾਲ ਇਜ਼ ਅ ਵੈਰੀ ਬਿਗ ਫਰਾਡ। ਇਸੇ ਤਰੀਕੇ ਨਾਲ ਉਹਨੇ ਰੇਤਾ ਵੀ ਵੇਚਦਾ, ਉਹ ਰੇਤੇ ਦਾ ਮਤਲਬ ਰੇਤਾ ਵੀ ਕਿਸ ਤਰੀਕੇ ਨਾਲ ਉੱਥੋਂ ਕੱਢ ਕੇ ਨਹਿਰਾਂ ਦੇ ਵਿੱਚੋਂ, ਹੋਰ ਪੁਲਾਂ ਦੇ ਨੀਚੋਂ ਕੱਢ ਕੱਢ ਕੇ ਵੇਚੀ ਜਾਂਦਾ। ਉਹ ਪੰਜਾਬ ਦੇ ਲੋਕਾਂ ਨੂੰ ਐਕਸਪਲਾਇਟ ਕਰ ਰਿਹਾ, ਔਰ ਉਹਦਾ ਮਤਲਬ ਪੰਜਾਬ ਦੇ ਜਿਹੜੇ ਗੁਰੂਆਂ ਨੇ ਤਾਂ ਕੋਈ ਭਗਵਾ ਰੰਗ ਦਿੱਤਾ ਹੀ ਨਹੀਂ, ਕੋਈ ਸਾਧ ਸੰਤ ਤਾਂ ਬਣਾਏ ਨਹੀਂ, ਉਹਨਾਂ ਨੇ ਤਾਂ ਚੰਗਾ ਮਨੁੱਖ ਬਣਾਇਆ, ਕਿਰਤੀ ਮਨੁੱਖ ਬਣਾਇਆ, ਕੰਮ ਕਰਨ ਵਾਲਾ ਮਨੁੱਖ ਬਣਾਇਆ। ਤੋ ਮਤਲਬ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਵਾਲੀ ਗੱਲ। ਪਹਿਲੀ ਗੱਲ ਤਾਂ ਕਿਰਤ ਨਹੀਂ ਤੂੰ ਕਰਦਾ, ਫਿਰ ਤੂੰ ਨਾਮ ਵੀ ਕਿਹੜਾ ਜਪਦਾ, ਫਿਰ ਤੂੰ ਵੰਡ ਕੇ ਵੀ ਕਿਹੜਾ ਛਕਦਾ, ਆਪ ਹੀ ਛਕੀ ਜਾ ਰਿਹਾ। ਤੋ ਉਹ ਜਾਣ ਬੁੱਝ ਕੇ ਉਸ ਨੂੰ ਰਾਜ ਸਭਾ ਦੇ ਵਿੱਚ ਲੈ ਕੇ ਗਏ ਆ, ਕਿਉਂਕਿ ਜਿਹੜੀ ਆਮ ਪਾਰਟੀ ਦਾ ਕੇਜਰੀਵਾਲ ਆ, ਉਹਦੀ ਇੱਕ ਪਾਲਿਸੀ ਆ ਕਿ ਕਿਸੇ ਤਰੀਕੇ ਨਾਲ ਜੋ ਵੀ ਢੰਗ ਲੱਭੇ ਤੇ ਪੰਜਾਬ ਨੂੰ ਹਰ ਪਹਿਲੂ ਤੋਂ ਸੱਟ ਮਾਰੀ ਜਾਵੇ, ਪੰਜਾਬ ਦੇ ਨਾਲ ਹਰ ਪਹਿਲੂ ਤੇ ਧੋਖਾ ਧੜੀ ਕੀਤੀ ਜਾਵੇ। ਤੋ ਕੇਜਰੀਵਾਲ ਉਸੇ ਪਾਲਿਸੀ ਤੇ ਚੱਲ ਰਿਹਾ। ਇਹਦੀ ਤਾਂ ਔਕਾਤ ਹੀ ਕੋਈ ਨਹੀਂ, ਭਗਵੰਤ ਮਾਨ ਦੀ ਕੋਈ ਔਕਾਤ ਨਹੀਂ ਆਪਣੀ, ਕੋਈ ਉਸਦੀ ਆਪਣੀ ਵਿਲ ਨਹੀਂ, ਕੋਈ ਉਸਦੀ ਆਪਣੀ ਸਮਝ ਨਹੀਂ, ਕੋਈ ਉਸਦੀ ਸੂਝ ਨਹੀਂ। ਮੈਂ ਤੁਹਾਨੂੰ ਦੱਸ ਹੀ ਦਿੱਤਾ ਜ਼ੋਨਲ ਮੀਟਿੰਗ, ਜਿਹੜੀ ਨਾਰਥ ਜ਼ੋਨਲ ਮੀਟਿੰਗ ਦੇ ਵਿੱਚ ਕੀ ਕਰਕੇ ਆਏ ਹੈ। ਸਰ, ਇੱਕ ਬੜੀ ਅਹਿਮ ਚੀਜ਼, ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ, ਪਾਣੀ ਦਾ ਮਸਲਾ ਬੜਾ ਅਹਿਮ ਹੈਗਾ, ਪਰ ਨਾਲ ਦੀ ਨਾਲ ਸਿੱਖਾਂ ਦੇ ਮਸਲੇ ਵੀ ਇਸ ਵੇਲੇ ਬੜਾ ਧਿਆਨ ਮੰਗ ਰਹੇ ਨੇ, ਕਿਉਂਕਿ ਉਚੇਚੇ ਤੌਰ ਤੇ ਜਿਹੜੇ ਹਾਲਾਤ ਬਣੇ ਹੋਏ ਨੇ, ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਹੋ ਰਹੀਆਂ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਤੌਰ ਤੇ, ਆਪਾਂ ਅਦਾਲਤੀ ਤੌਰ ਤੇ ਕਹੀਏ, ਮਾਨਤਾ ਮਿਲ ਗਈ, ਤਾਂ ਅਕਾਲੀ ਦਲ ਚੇਤਨਾ ਮਾਰਚ ਕੱਢ ਰਿਹਾ, ਕਹਿੰਦੇ ਕਿ ਪੰਥ ਨੂੰ ਦੋ ਫਾੜ ਕੀਤਾ ਜਾ ਰਿਹਾ। ਤੁਸੀਂ ਇਸ ਪੂਰੇ ਮਸਲੇ ਨੂੰ ਕਿਵੇਂ? ਇਸ ਮਸਲੇ ਦੇ ਟੋਟਲੀ ਜਿਹੜਾ ਫੈਸਲਾ ਆਇਆ ਸੁਪਰੀਮ ਕੋਰਟ ਦਾ, ਉਹਦਾ ਕੋਈ ਹੱਕ ਨਹੀਂ, ਉਹਦਾ ਕੋਈ ਅਧਿਕਾਰ ਨਹੀਂ। ਮਾਸਟਰ ਤਾਰਾ ਸਿੰਘ ਨਹਿਰੂ ਦੀ ਇੱਕ ਐਗਰੀਮੈਂਟ ਹੋਇਆ ਸੀ ਕਿ ਸਾਡੇ ਕਿਸੇ ਵੀ ਧਾਰਮਿਕ ਮਸਲੇ ਦੇ ਵਿੱਚ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਨਹੀਂ ਕੀਤੀ ਜਾਏਗੀ। ਔਰ ਉਹ ਬੜਾ ਅਹਿਮ ਮਤਲਬ ਇੱਕ ਐਗਰੀਮੈਂਟ ਸੀਗਾ, ਔਰ ਉਸ ਐਗਰੀਮੈਂਟ ਨੂੰ ਤਰੋੜ ਮਰੋੜ ਕੇ ਸਿੱਖਾਂ ਦੀ ਜਿਹੜੀ ਸ਼ਕਤੀ ਹੈਗੀ ਆ, ਇੱਕ ਸੈਂਟਰਲ ਪਾਵਰ ਆ, ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ, ਸਾਡੀ ਜਿਹੜੀ ਰਹਿਤ ਮਰਿਆਦਾ ਇੱਕ ਆ। ਹੁਣ ਰਹਿਤ ਮਰਿਆਦਾ ਕਈ ਹੋਣਗੀਆਂ, ਰਹਿਤ ਮਰਿਆਦਾ ਹਰਿਆਣਾ ਦੀ ਅਲੱਗਾ ਹੋਊ, ਪੰਜਾਬ ਦੀ ਅਲੱਗਾ ਹੋਊ, ਇਸੇ ਤਰੀਕੇ ਦੇ ਨਾਲ ਦਿੱਲੀ ਦੀ ਅਲੱਗਾ ਹੋਊ, ਜਾਂ ਉੱਥੇ ਬੋਰਡ ਬਣਾ ਦਿੱਤੇ ਤੁਸੀਂ ਪਟਨੇ ਦੇ ਵਿੱਚ, ਹਜ਼ੂਰ ਸਾਹਿਬ ਦੇ ਵਿੱਚ ਬੋਰਡ ਬਣਾਤੇ, ਸਾਰੇ ਉਹ ਸੈਂਟਰ ਜਿਹੜੀਆਂ ਸਰਕਾਰਾਂ ਉਹ ਕੰਟਰੋਲ ਕਰਦੀਆਂ। ਸਾਡਾ ਜਿਹੜਾ ਧਾਰਮਿਕ ਜਿਹੜੀ ਸਿਚੁਏਸ਼ਨ ਉਹ ਸੋਵਰੇਨਿਟੀ ਹੈ ਸਾਡੀ, ਸਾਡੇ ਧਰਮ ਦੀ ਗੁਰੂ ਨੇ ਸੋਵਰੇਨਿਟੀ ਦਿੱਤੀ, ਸਾਨੂੰ ਆਜ਼ਾਦਾਨਾ ਸ਼ਕਤੀ ਦਿੱਤੀ ਹੈ ਕਿ ਅਸੀਂ ਆਪਣੇ ਤਰੀਕੇ ਦੇ ਨਾਲ, ਇਸੇ ਮਹਾਰਾਜ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਇਸੇ ਗੱਲ ਦੇ ਉੱਤੇ ਹੈ ਕਿ ਆਪਸੀ ਧਾਰਮਿਕ ਰਹੁ ਰੀਤਾਂ ਹਰ ਮਨੁੱਖ ਦਾ ਇੱਕ ਅਧਿਕਾਰ ਹੈ, ਜਨਮ ਅਧਿਕਾਰ ਹੈ, ਉਹ ਆਪਣੇ ਤੌਰ ਤਰੀਕਿਆਂ ਦੇ ਨਾਲ ਧਰਮ ਦੀਆਂ ਰਹੁ ਰੀਤਾਂ ਨੂੰ ਮਨਾ ਸਕੇ। ਉਸ ਦੇ ਵਿੱਚ ਕੋਈ ਸਟੇਟ ਪਾਵਰ ਇੰਟਰਫੀਅਰ ਨਹੀਂ ਕਰ ਸਕਦੀ। ਇਹੀ ਤਾਂ ਸਾਡਾ ਕਲੈਸ਼ ਆ, ਚਾਹੇ ਮੁਗਲਾਂ ਦੇ ਨਾਲ, ਚਾਹੇ ਅੰਗਰੇਜ਼ਾਂ ਦੇ ਨਾਲ। ਅੱਜ ਹਿੰਦੂਆਂ ਦੀ ਮੈਜੋਰਟੀ ਹੈ ਇਸ ਮੁਲਕ ਦੇ ਵਿੱਚ, ਉਹਨਾਂ ਦੇ ਨਾਲ ਵੀ ਸਾਡਾ ਇਹੀ ਕਨਫਲਿਕਟ ਹੈ, ਔਰ ਉਹ ਸਾਨੂੰ ਮਜਬੂਰ ਕਰ ਰਹੇ ਹੈ। ਮੁਗਲਾਂ ਨੇ ਵੀ ਸਾਨੂੰ ਮਜਬੂਰ ਕੀਤਾ। ਸਾਡੀ ਮਤਲਬ ਜਿਹੜੀ ਪੋਥੀ ਸੀ, ਪੋਥੀ ਪਰਮੇਸ਼ਰ ਕਾ ਥਾਨ, ਸਾਡੇ ਲਈ ਤਾਂ ਉਹ ਰੱਬ ਆ,
ਉਸ ਗੱਲ ਦੇ ਉੱਤੇ ਮਾਰੇ ਪੰਜਵੇਂ ਬਾਦਸ਼ਾਹ ਨੇ, ਸ਼ਹਿਨਸ਼ਾਹ ਨੇ, ਪੰਜਵੇਂ ਗੁਰੂ ਨੇ ਸ਼ਹਾਦਤ ਦਿੱਤੀ ਹੈ। ਗੁਰੂ ਸਾਡਾ ਬਾਦਸ਼ਾਹ ਕੌਣ ਹੁੰਦਾ? ਸੋਵਰਨ ਹੁੰਦਾ ਬਾਦਸ਼ਾਹ, ਸਮਝੇ ਨਹੀਂ? ਤੋ ਇਸੇ ਕਰਕੇ ਦਰਬਾਰ ਸਾਹਿਬ ਆ ਸਾਡਾ। ਜੇ ਸਾਡਾ ਗੁਰੂ ਨਾਨਕ ਬਾਦਸ਼ਾਹ ਹੈ, ਸ਼ਹਿਨਸ਼ਾਹ ਹੈ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ, ਇਸ ਜਨਮ 'ਚ ਵੀ ਸ਼ਹਿਨਸ਼ਾਹ, ਅਗਲੇ ਜਨਮ 'ਚ ਵੀ, ਦੋਨਾਂ ਜਨਮਾਂ ਦੇ ਵਿੱਚ ਸਾਡਾ ਉਹ ਸੋਵਰਨ ਹੈ। ਤਾਂ ਸੋਵਰਨ ਜੇ ਹੋਏਗਾ ਉਹ ਤਖਤਾਂ ਤੇ ਹੀ ਬੈਠੇਗਾ। ਤੁਹਾਡੇ ਹਿਸਾਬ ਨਾਲ ਇਹ ਜਾਣੀ ਕਿ ਜਿਹੜੀ ਵੱਖਰੀ ਕਮੇਟੀ ਬਣਾਈ ਗਈ, ਫਿਰ ਇਹ ਗਲਤ ਕੰਮ ਹੈਗਾ? ਐਬਸੋਲਿਊਟਲੀ ਇਹ ਸਿੱਖਾਂ ਦੀ ਆਜ਼ਾਦਾਨਾ ਧਾਰਮਿਕ ਜਿਹੜੀ ਸ਼ਕਤੀ ਆ ਉਸ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਅਟੈਕ ਆ। ਅਸਿੱਧੇ ਤੌਰ ਤੇ ਨਹੀਂ, ਸਿੱਧੇ ਤੌਰ ਤੇ attack। ਫਿਰ ਇਹ ਵੀ ਜ਼ਿਕਰ ਆਉਂਦਾ, ਕਹਿੰਦੇ ਕਿ ਦਿੱਲੀ ਦੀ ਵੱਖਰੀ ਕਮੇਟੀ ਬਣੀ ਹੋਈ ਹੈ, ਬਾਕੀ ਜਿਹੜੇ ਆਪਣੇ ਉਹ ਵੀ ਗਲਤ ਗ੍ਰੰਥ ਨੇ ਹੈ ਉੱਥੇ ਨਾ, ਅਲੱਗ। ਉਹ ਵੀ ਉਸੇ ਚੀਜ਼ ਦੀ ਵਾਇਲੇਸ਼ਨ ਆ। ਮੈਂ ਤੁਹਾਨੂੰ ਰੈਫਰੈਂਸ ਦਿੱਤਾ ਨਾ, ਮਾਸਟਰ ਤਾਰਾ ਸਿੰਘ ਤੇ ਐਗਰੀਮੈਂਟ ਹੋਇਆ ਸੀ, ਨਹਿਰੂ ਦਾ ਇੱਕ ਐਗਰੀਮੈਂਟ ਸੀ ਵੀ ਸਾਡੇ ਕਿਸੇ ਵੀ ਧਰਮ ਦੇ ਮਸਲਿਆਂ ਦੇ ਵਿੱਚ ਕੋਈ ਸਰਕਾਰ ਦਖਲ ਅੰਦਾਜ਼ੀ ਨਹੀਂ ਕਰੇਗੀ, ਔਰ ਇਹ ਸਿੱਧੇ ਤੌਰ ਤੇ ਦਖਲ ਅੰਦਾਜ਼ੀ ਹੈ। ਪਰ ਤੁਸੀਂ ਮੰਨਦੇ ਹੋ ਕਿ ਜਿਸ ਤਰੀਕੇ ਨਾਲ, ਕਿਉਂਕਿ ਅਸੀਂ ਐਸਜੀਪੀਸੀ ਦੀਆਂ ਚੋਣਾਂ ਦਾ ਵੀ ਜ਼ਿਕਰ ਕਰ ਲਈਏ, ਉਹਦੇ ਵਿੱਚ ਵੀ ਅਦਾਲਤ ਤੇ ਸਰਕਾਰ ਦਾ ਸਿੱਧੇ ਤੌਰ ਤੇ ਦਖਲ ਹੈਗਾ? ਉਹ ਸਰਕਾਰ ਹਰ ਪਹਿਲੂ ਤੋਂ, ਹਰ ਆਸਪੈਕਟ ਤੋਂ ਸਾਡੇ ਮਤਲਬ ਮਸਲਿਆਂ ਦੇ ਵਿੱਚ ਇੰਟਰਫੀਅਰ ਕਰਦੀ ਹੈ ਅਨਨੈਸੈਸਰਲੀ, ਜਿਹਦੀ ਜ਼ਰੂਰਤ ਨਹੀਂ। ਤੋ ਤੁਸੀਂ ਮਤਲਬ ਤੁਹਾਡੀ ਇੱਕ ਪਾਲਿਸੀ ਹੈ ਇੰਡੀਅਨ ਸਟੇਟ ਦੀ 1947 ਤੋਂ ਚੱਲੀ ਆ ਰਹੀ ਹੈ, ਔਰ ਉਹ ਲਗਾਤਾਰ ਜ਼ਿਆਦਾ ਜ਼ੋਰ ਫੜਦੀ ਜਾ ਰਹੀ ਹੈ ਕਿ ਸਿੱਖਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਦੇ ਧਰਮ ਤੋਂ ਤੋੜ ਦਿੱਤਾ ਜਾਵੇ। ਤੇ ਜਿਸ ਦਿਨ ਸਿੱਖ ਧਰਮ ਤੋਂ ਟੁੱਟ ਗਏ ਜਾਂ ਬੇਮੁਖ ਹੋ ਗਏ ਗੁਰੂ ਤੋਂ, ਤਾਂ ਉਹ ਸਿੱਖ ਰਹਿਣਗੇ ਨਹੀਂ, ਤਾਂ ਉਹ ਸਾਰੇ ਸੀਚੇਵਾਲ ਵਰਗੇ ਬਣ ਜਾਣ। ਕਿਉਂਕਿ ਅਸੀਂ ਬਹੁਤ ਸਾਰੇ ਆਗੂਆਂ ਨੂੰ ਮਿਲੇ ਆ ਪਿਛਲੇ ਦਿਨਾਂ ਦੇ ਵਿੱਚ। ਝਿੰਡਾ ਸਾਹਿਬ ਦੇ ਨਾਲ ਵੀ ਗੱਲ ਹੋਈ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਅਦਾਲਤੀ ਤੌਰ ਦੇ ਵਿੱਚ ਮੰਗ ਕਰ ਰਹੇ ਸੀ ਕਿ ਵੱਖਰੀ ਕਮੇਟੀ ਹੋਣੀ ਚਾਹੀਦੀ ਹੈ, ਤੇ ਹੋਰ ਵੀ ਆਗੂ ਜਿਹੜੇ ਸੀਗੇ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ, ਦਾਦੂਵਾਲ ਸਾਹਿਬ ਨਾਲ ਵੀ ਗੱਲ ਹੋਈ ਮੇਰੀ। ਤਾਂ ਉਹ ਕਹਿੰਦੇ ਕਿ ਜਾਣਬੁੱਝ ਕੇ ਅਕਾਲੀ ਦਲ ਗਲਵਾ ਮਾਰ ਕੇ ਬੈਠਾ ਸੀ, ਵੱਖਰੀਆਂ ਕਮੇਟੀਆਂ ਬਣਨਗੀਆਂ ਪਰ ਸੋਵਰਨ ਜਿਹੜੀ ਹੈ ਉਹ ਐਚਪੀਸੀ ਰਹੇਗੀ, ਪਰ ਪੇਰੈਂਟਸ ਜਿਹੜੀਆਂ ਆਪਾਂ ਕਹਿੰਦੇ ਹੁੰਦੇ ਸ਼ਿਖਾਵਾਂ ਹੁੰਦੀਆਂ, ਕਹਿੰਦੇ ਬਣਨੀਆਂ ਚਾਹੀਦੀਆਂ, ਇਹਦੇ ਨਾਲ ਘੱਟੋ ਘੱਟ ਸਿੱਖਾਂ ਦੇ ਮਸਲੇ ਚੱਕੇ ਜਾਣ। ਉਹ ਨਹੀਂ ਜੀ, ਇਹ ਇਸ ਤਰ੍ਹਾਂ ਥੋੜ੍ਹਾ ਹੁੰਦੀ ਹੈ। ਜਿਹੜੀ 1925 ਦੇ ਵਿੱਚ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ, ਉਹ ਇੰਟਰਸਟੇਟ ਐਕਟ ਸੀਗਾ, ਔਰ ਉਹ ਇੰਟਰਸਟੇਟ ਐਕਟ ਹੀ ਚੱਲਦਾ ਆ ਰਿਹਾ ਸੀ। ਉਹ ਤੋੜਿਆ ਪਹਿਲਾਂ ਇੰਦਰਾ ਗਾਂਧੀ ਨੇ ਦਿੱਲੀ ਦੇ ਮਸਲੇ ਦੇ ਉੱਤੇ, ਕਿਉਂਕਿ ਉੱਥੇ ਉਸ ਦੇ ਚਾਪਲੂਸ ਉਸ ਵੇਲੇ ਚਾਹੁੰਦੇ ਸੀ ਕਿ ਸਾਨੂੰ ਮਤਲਬ ਦਿੱਲੀ ਦੇ ਗੁਰਦੁਆਰਿਆਂ ਦੀ ਤਾਕਤ ਮਿਲ ਜੇ, ਤਾਂ ਕਿ ਉੱਥੇ ਦੀ ਜਿਹੜਾ ਸਰਮਾਇਆ, ਪੈਸਾ, ਜਾਇਦਾਦਾਂ ਜਿਹੜੀਆਂ ਬਹੁਤ ਵੱਡਮੁੱਲੀਆਂ। ਸਰ ਇੱਥੇ ਮੈਂ ਤੁਹਾਡੇ ਤੋਂ ਸਿਰਫ ਇਹੀ, ਕਿਉਂਕਿ ਤੁਸੀਂ ਲੰਮਾ ਤਜਰਬਾ ਰੱਖਦੇ ਹੋ, ਦਿੱਲੀ ਦੀ ਕਮੇਟੀ ਦਾ ਅਸੀਂ ਜ਼ਿਕਰ ਕਰੀਏ ਤਾਂ ਇਹ ਵੀ ਜ਼ਿਕਰ ਹੁੰਦਾ, ਕਹਿੰਦੇ ਕਿ ਬਾਦਲਾਂ ਦੀ ਸ਼ਹਿ ਤੇ ਹੀ ਦਿੱਲੀ ਕਮੇਟੀ ਬਣੀ ਸੀ, ਤੇ ਹੁਣ ਉਹ ਵੱਖਰੀ ਕਮੇਟੀ ਦਾ ਕਿਉਂ ਰੌਲਾ? ਬਾਦਲਾਂ ਦੀ ਸ਼ਹਿ ਤੇ ਨਹੀਂ ਬਣੀ, ਉਹ ਤਾਂ ਬਣੀ ਸੀ ਦਿੱਲੀ ਦਾ, ਕੀ ਮੈਨੂੰ ਉਹਨੂੰ ਨਾਂ ਭੁੱਲ ਗਿਆ, ਜਿਹੜਾ ਇੰਦਰਾ ਗਾਂਧੀ ਦਾ 1984 ਦੇ ਵਿੱਚ ਬੜਾ ਚਾਪਲੂਸ ਸੀ, ਉਸ ਦੇ ਇਸ਼ਾਰੇ ਉਸ ਨੂੰ ਨਾਲ ਮਿਲਾ ਕੇ, ਉਸ ਦੇ ਇਸ਼ਾਰੇ ਤੇ ਉਹਨਾਂ ਨੇ, ਤਾਂ ਕਿ ਸਿੱਖਾਂ ਦੀ ਜਿਹੜੀ ਤਾਕਤ ਹੈ, ਇੱਕ ਮੁੱਠ ਜਿਹੜੇ ਹੋਏ ਵੇ ਸਿੱਖ ਆ, ਸਾਰੀ ਹਿੰਦੁਸਤਾਨ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਟਰੋਲ ਕਰਦੀ ਹੈ, ਉਹਨਾਂ ਦੀ ਰਹਿਤ ਮਰਿਆਦਾ ਉੱਥੇ ਚੱਲਦੀ ਆ, ਉਸ ਨੂੰ ਤੋੜਿਆ ਜਾ ਸਕੇ, ਉਸ ਨੂੰ ਕਮਜ਼ੋਰ ਕੀਤਾ ਜਾ ਸਕੇ। ਉਸੇ ਚਾਲ ਦੇ ਵਿੱਚ ਹੀ ਜਿੱਥੋਂ ਤੱਕ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਪਾਲਿਸੀ ਆ, ਉਹਦੇ ਵਿੱਚ ਕੋਈ ਵਿਖਰੇਵਾ ਨਹੀਂ ਕਾਂਗਰਸ ਦਾ, ਬੀਜੇਪੀ ਦਾ ਜਾਂ ਹੋਰ ਪਾਰਟੀਆਂ ਦਾ। ਸਰ ਅਖੀਰ ਤੇ ਕਿਉਂਕਿ ਇਸ ਵੇਲੇ ਧਾਰਮਿਕ ਮਸਲੇ ਬੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪੰਜਾਬ ਦੇ ਵਿੱਚ, ਤੁਹਾਡੇ ਧਿਆਨ ਦੇ ਵਿੱਚ ਵੀ ਹੋਣਾ, ਇੱਕ ਅੰਮ੍ਰਿਤਪਾਲ ਸਿੰਘ ਨਾਮ ਦਾ ਨੌਜਵਾਨ ਵੀ ਲੋਕਾਂ ਦੇ ਵਿੱਚ ਵਿਚਰ ਕੇ ਇੱਕ ਵੱਖਰੀ ਤਰੀਕੇ ਦੀ ਆਪਣੇ ਵੱਲੋਂ ਲੋਕਾਂ ਦੇ ਵਿੱਚ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਤੁਸੀਂ ਉਸ ਦੇ ਵੱਲੋਂ ਜਿਹੜੀਆਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਜਾਂ ਟਿੱਪਣੀਆਂ ਕੀਤੀਆਂ ਜਾ ਰਹੀਆਂ, ਕਿਉਂਕਿ ਬਹੁਤ ਸਾਰੇ ਸਿੱਖ ਵਿਦਵਾਨ ਜਿਹੜੇ ਨੇ ਉਹਨਾਂ ਦੇ ਖਿਲਾਫ ਬੋਲ ਰਹੇ ਨੇ, ਤੁਸੀਂ ਉਹਨਾਂ ਨੂੰ ਜਿਹੜੀਆਂ ਉਹਨਾਂ ਦੇ ਵੱਲੋਂ ਐਫਰਟ ਕੀਤੇ ਜਾ ਰਹੇ ਜਾਂ ਕਦਮ ਚੁੱਕੇ ਜਾ ਰਹੇ ਨੇ, ਕਿਵੇਂ ਦੇਖੋ, ਮੈਂ ਉਸ ਨੂੰ ਕਦੇ ਵਿਚਾਰੇ ਨੂੰ ਮਿਲਿਆ ਨਹੀਂ, ਮੇਰੀ ਉਸ ਦੇ ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ। ਜੇ ਕਿਸੇ ਨਾਲ ਕੋਈ ਗੱਲਬਾਤ ਹੀ ਨਹੀਂ, ਉਸ ਦੇ ਉੱਤੇ ਤੁਸੀਂ ਕੀ ਓਪੀਨੀਅਨ ਦੇ ਸਕਦੇ ਹੋ? ਮਾਫ ਕਰਨਾ, ਜੇ ਉਹ ਤੁਸੀਂ ਕਿਸੇ ਨੂੰ ਮਿਲਦੇ ਹੋ, ਕੁਐਸਚਨ ਕਾਊਂਟਰ ਕੁਐਸਚਨ ਤੁਸੀਂ ਉਸ ਨੂੰ ਕਰਦੇ ਹੋ, ਤਾਂ ਉਸ ਦਾ ਅੰਦਰਲਾ ਵੀ ਭਾਈ ਤੇਰੀ ਕੀ ਪਾਲਿਸੀ ਹੈ, ਕਿਸ ਤਰੀਕੇ ਨਾਲ ਤੂੰ ਪ੍ਰੋਟੈਕਟ ਕਰ ਰਿਹਾ ਸਿੱਖਾਂ ਦੇ ਇੰਟਰਸਟ ਨੂੰ। ਤਾਂ ਮੈਂ ਉਸ ਬਾਰੇ ਐਵੇਂ ਖਾਮਖਾ ਕੋਈ ਨਾ ਚੰਗੀ ਕਹਿ ਸਕਾਂ ਨਾ ਮਾੜੀ ਕਹਿ ਸਕਦਾ, ਕਿਉਂਕਿ ਮੈਂ ਉਸ ਬੰਦੇ ਨੂੰ ਜਾਣਦਾ ਨਹੀਂ। ਪਰ ਜੇ ਉਹ ਸਿੱਖ ਹੈ, ਜੇ ਉਹ ਅੰਮ੍ਰਿਤ ਛਕਾਉਂਦਾ, ਮੈਂ ਸਮਝਦਾ ਬਹੁਤ ਵਧੀਆ ਗੱਲ ਕਰ ਰਿਹਾ। ਜੇ ਉਹ ਫਰਜ਼ ਕਰੋ ਏਜੰਸੀਆਂ ਦੇ ਹੀ ਬੰਦਾ, ਜਿਸ ਤਰ੍ਹਾਂ ਤੇ ਉਸ ਤੇ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ, ਜੇ ਏਜੰਸੀਆਂ
ਅੰਮ੍ਰਿਤ ਛਕਾਉਂਦੀਆਂ ਸਿੱਖਾਂ ਨੂੰ ਮੈਂ ਸਮਝਦਾ ਮੈਂ ਤਾਂ ਵੈਲਕਮ ਕਰੂੰ ਉਹਨਾਂ ਨੂੰ, ਏਜੰਸੀਆਂ ਨੂੰ ਵੀ ਮੈਂ ਤਾਂ ਵੈਲਕਮ ਕਰੂੰ। ਮੈਂ ਖਾਸ ਤੌਰ ਤੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਜਦੋਂ ਅੰਮ੍ਰਿਤ ਦੀ ਗੱਲ ਹੋਈ ਆ, ਉਸ ਵੇਲੇ ਦੀ ਸਾਰੀ ਸਰਕਾਰ ਨੇ ਉਹ ਜਿਹੜਾ ਅੰਮ੍ਰਿਤ ਛਕਾਉਣ ਵਾਲਾ ਉਸ ਦੇ ਉੱਤੇ ਅਟੈਕ ਕੀਤੇ ਆ। ਮੈਂ ਤੁਹਾਨੂੰ ਮਿਸਾਲ ਦਿੰਦਾ, ਜਦੋਂ ਮਹਾਰਾਜ ਨੇ ਮਤਲਬ ਖਾਲਸੇ ਦੀ ਸਿਰਜਣਾ ਕੀਤੀ, ਉਸੇ ਵੇਲੇ ਅੰਮ੍ਰਿਤਪਾਨ ਕਰਾਇਆ ਨਾ, ਤਾਂ ਮਤਲਬ ਉੱਥੇ ਕੀ ਹੋਇਆ, ਬਹੁਤ ਵੱਡਾ ਇਕੱਠ ਹੋਇਆ। ਮੈਨੂੰ ਨੰਬਰਸ ਦੀ ਤਾਂ ਐਵੇਂ ਲੋਕ ਕਹਿ ਦਿੰਦੇ ਆ ਪਤਾ ਨਹੀਂ, ਪਰ ਕਾਫੀ ਇਕੱਠ ਹੋਣਾ। ਦਿੱਲੀ ਦੇ ਵੀ ਬਹੁਤ ਵੱਡੇ ਸਿੱਖ ਉੱਥੇ ਆਏ, ਤਾਂ ਮਹਾਰਾਜ ਨੇ ਕੇਸ਼ਾਂ ਦੀ ਮਹੱਤਤਾ ਦਿੱਤੀ। 5 ਕਕਾਰ ਦਿੱਤੇ ਜਿਨ੍ਹਾਂ 'ਚ ਕੇਸ਼ ਬਹੁਤ ਮਹੱਤਵਪੂਰਨ ਹੈਗਾ, ਸਾਰੇ ਮਹੱਤਵਪੂਰਨ ਹੈਗੇ। ਤਾਂ ਦਿੱਲੀ ਦੇ ਜਿਹੜੇ ਸਿੱਖ ਸੀ ਉਹ ਪ੍ਰੋਟੈਸਟ ਕਰ ਗਏ। ਇਹ ਇਤਿਹਾਸਿਕ ਐਵੀਡੈਂਸ ਆ। ਉਹ ਪੱਧਰ ਕਰਦੇ ਸੀ। ਪੱਧਰ ਹੁੰਦਾ ਹਿੰਦੂਆਂ ਦੇ ਵਿੱਚ ਰਸਮ ਆ ਨਾ, ਮਨਾ ਦਿੰਦੇ ਆ ਜਦੋਂ ਬੱਚਾ ਥੋੜਾ ਮੁੰਡਨ, ਜਿਹਨੂੰ ਉਹਨੂੰ ਪੱਧਰ ਕਹਿੰਦੇ ਆ ਉਸ ਵੇਲੇ ਦੀ ਲੈਂਗੁਏਜ ਦੇ ਵਿੱਚ, ਮੁੰਡਨ ਤੁਸੀਂ ਕਹਿ ਲਓ। ਤਾਂ ਉਹ ਕਹਿਣ ਲੱਗੇ ਜੀ ਅਸੀਂ ਤਾਂ ਪੱਧਰ ਕਰਨਾ, ਅਸੀਂ ਕੇਸ਼ ਨਹੀਂ ਰੱਖਣੇ। ਉਸ ਪ੍ਰੋਟੈਸਟ ਦੇ ਵਿੱਚ ਉਹ ਕੇਸ਼ਗੜ੍ਹ ਸਾਹਿਬ ਤੋਂ, ਜਿਹਨੂੰ ਅਨੰਦਪੁਰ ਸਾਹਿਬ ਕਹਿੰਦੇ, ਉਸ ਤੋਂ ਪ੍ਰੋਟੈਸਟ ਕਰਕੇ ਵਾਪਸ ਦਿੱਲੀ ਚਲੇ ਗਏ। ਮਹਾਰਾਜ ਨੇ ਕਿਹਾ ਜਾਓ, ਜੇ ਕਿਉਂਕਿ ਇੱਥੇ ਤਾਂ ਸਿਰ ਦੇਣ ਦੀ ਗੱਲ ਆ ਨਾ, ਸਿਰ ਦੇਣ ਦੀ ਗੱਲ ਆ, ਸਿਰ ਦੇਣ ਦੀ ਗੱਲ ਆ ਕਿਸੇ ਆਈਡੀਓਲੋਜੀ ਦੇ ਉੱਤੇ, ਕਿਸੇ ਵਿਚਾਰਧਾਰਾ ਤੇ, ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਜਿਹੜਾ ਗੁਰੂ ਨਾਨਕ ਮਹਾਰਾਜ ਦੀ ਵਿਚਾਰਧਾਰਾ। ਮੈਂ ਆਰਟੀਕਲ ਲਿਖਿਆ ਸੀ, ਇੰਗਲਿਸ਼ ਦੇ ਵਿੱਚ ਲਿਖਿਆ ਸੀ, ਮਿਸ਼ੀਗਨ ਯੂਨੀਵਰਸਿਟੀ ਲਈ ਲਿਖਿਆ ਸੀ ਕਿ ਖਾਲਸਾ ਕੀ ਹੈ, ਸਿਰਜਣਾ ਖਾਲਸੇ ਦੀ, ਫੁਲਫਿਲਮੈਂਟ ਆਫ ਗੁਰੂ ਨਾਨਕਸ ਮਿਸ਼ਨ। ਮੈਂ ਉਸ ਦਾ ਹੈਡਲਿੰਗ ਦਿੱਤਾ ਸੀ, ਫੁਲਫਿਲਮੈਂਟ ਆਫ ਗੁਰੂ ਨਾਨਕਸ ਮਿਸ਼ਨ। ਜਿਹੜਾ ਖਾਲਸੇ ਦੀ ਸਿਰਜਣਾ ਹੈਗੀ ਹੈ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦੀ ਪੂਰਨਤਾ ਹੈ। ਫੁਲਫਿਲਮੈਂਟ ਨੂੰ ਕੀ ਕਹੋਗੇ ਪੰਜਾਬੀ 'ਚ? ਪੂਰਾ ਕੰਪਲੀਸ਼ਨ ਹੈ, ਉਸਦੀ ਫੁਲਫਿਲਮੈਂਟ ਹੈਗੀ। ਇੰਗਲਿਸ਼ 'ਚ ਤੁਸੀਂ ਕਹਿ ਸਕਦੇ ਹੋ, ਕਿਉਂਕਿ ਉਹ ਲੈਂਗੁਏਜ ਦੀ ਆਪਣੀ ਬੜੀ ਸੰਪੂਰਨ ਕਰਨਾ ਹੈ। ਤੋ ਮੇਰਾ ਮਤਲਬ ਕਹਿਣ ਦਾ ਇਹ ਆ, ਉਹ ਗੱਲ ਜਦੋਂ ਮੈਂ ਲਿਖ ਕੇ ਭੇਜਿਆ, ਉਹਦਾ ਹੈਡਿੰਗ ਉੱਥੇ ਮਿਸ਼ੀਗਨ ਯੂਨੀਵਰਸਿਟੀ ਦੇ ਪ੍ਰੋਫੈਸਰ ਹੁੰਦੇ ਸੀ, ਪ੍ਰੋਫੈਸਰ ਮੇਬੀ, ਕੰਪੈਰੀਟਿਵ ਰਿਲੀਜਨ ਦੇ ਬਹੁਤ ਬੜੇ ਦੁਨੀਆ ਦੇ ਵਿਦਵਾਨ ਸੀ। ਉਹਨਾਂ ਨੇ ਫਿਰ ਬਹੁਤ ਐਪਰੀਸ਼ੀਏਟ ਕੀਤਾ ਮੈਨੂੰ, ਕਹਿੰਦੇ ਜਲਦੀ ਆਓ ਤੇ ਆਪਣਾ ਪੇਪਰ ਲਿਖ ਕੇ ਲੈ। ਚਲੋ ਉਹ ਗੱਲ ਦੂਜੀ ਹੈ। ਤੋ ਖਾਲਸਾ ਹੈ ਫੁਲਫਿਲਮੈਂਟ ਆਫ ਗੁਰੂ ਨਾਨਕਸ ਮਿਸ਼ਨ, ਉਹਨੇ ਪੂਰਾ ਹੋਣਾ ਹੀ ਆ। ਪਰ ਇਹ ਇੱਕ ਵੱਖਰੇ ਰਾਜ ਦੀ ਗੱਲ ਕਰ ਰਹੇ ਹੈ, ਖਾਲਿਸਤਾਨ ਦੀ ਮੰਗ ਕਰ ਰਹੇ ਆ, ਸਿੱਖਾਂ ਨੂੰ ਸਿਰ ਦੇਣ ਦੀ ਗੱਲ ਕਰ ਰਹੇ ਆ, ਇਦਾਂ ਦੀਆਂ ਬਿਆਨਬਾਜ਼ੀਆਂ। ਦੇਖੋ, ਜਿੱਥੋਂ ਤੱਕ ਰਾਜ ਦਾ ਸੰਕਲਪ ਹੈ ਉਹ ਸਿੱਖਾਂ ਦੇ ਕੋਲ ਹੈ। ਰਾਜ ਦਾ ਬਹੁਤ ਖੂਬਸੂਰਤ ਸੰਕਲਪ ਹੈ। ਹਰ ਧਰਮ ਦੀ ਆਪਣੀ ਆਪਣੀ ਪੋਲਿਟੀ ਹੁੰਦੀ ਹੈ। ਹਿੰਦੂਆਂ ਦੀ ਆਪਣੀ ਪੋਲਿਟੀ ਆ, ਅੰਗਰੇਜ਼ਾਂ ਦੀ ਆਪਣੀ ਪੋਲਿਟੀ ਆ, ਮੁਸਲਮਾਨਾਂ ਦੀ ਆਪਣੀ ਆ, ਜਿਊਜ਼ ਦੀ ਆਪਣੀ ਆ, ਸਿੱਖਾਂ ਦੀ ਵੀ ਆਪਣੀ। ਸਿੱਖ ਸਟੇਟ ਦੇ ਖਿਲਾਫ ਆ। ਅਸੀਂ ਕਿਸੇ ਸਟੇਟ ਦੇ ਪ੍ਰੋਟੋਗੋਨਿਸਟ ਨਹੀਂ। ਸਟੇਟ ਇੱਕ ਬਾਉਂਡਰੀ ਹੈ, ਅਸੀਂ ਰਾਜ ਦੇ ਪ੍ਰੋਟੋਗੋਨਿਸਟ ਆ। ਸੱਬੇ ਸਾਂਝੀ ਵਾਲ ਦਸਾਇਨ, ਕੋਈ ਨਾ ਦਿਸੇ ਬਾਹਿਰਾ ਜੀਓ। ਕੀ ਕਹਿ ਰਹੇ ਮਹਾਰਾਜ? ਵੀ ਐਸੀ ਇੱਕ ਸਮਾਜ ਸਿਰਜਣਾ, ਐਸੀ ਇੱਕ ਜਗ੍ਹਾ ਸਿਰਜਣੀ ਹੈ ਜਿੱਥੇ ਸਾਰੇ ਸਾਂਝੀਵਾਲ, ਉਹਦੇ ਵਿੱਚ ਕੋਈ ਵਿਤਕਰਾ ਨਹੀਂ, ਕੋਈ ਕਿਸੇ ਨਾਲ ਧੱਕਾ ਨਹੀਂ, ਕੋਈ ਕਿਸੇ ਦੇ ਉੱਤੇ ਜ਼ੁਲਮੋ ਸਿਤਮ ਨਹੀਂ, ਕੋਈ ਕਿਸੇ ਨੂੰ ਫੋਰਸੀਬਲੀ ਕਨਵਰਟ ਨਹੀਂ ਕਰਨਾ। ਔਰ ਉਹ ਸਿੱਖਾਂ ਨੇ ਕਰਕੇ ਦਿਖਾਇਆ। ਅੱਜ BBC ਨੇ 5000 ਇਤਿਹਾਸਕਾਰਾਂ ਦੀ ਡਿਊਟੀ ਲਾਈ ਕਿ ਜਦੋਂ ਦੀ 3000 ਸਾਲ ਦੀ ਮਾਨਵਤਾ ਨੂੰ ਸੋਝੀ ਆਈ ਆ, ਸਮਾਜ ਬਣੇ ਆ, ਉਸ ਦੇ ਵਿੱਚ ਸਭ ਤੋਂ ਬਿਹਤਰੀਨ ਰਾਜ ਕੌਣ ਸੀ? ਉਹਨਾਂ ਨੇ ਕਿਹਾ ਸਿੱਖਾਂ ਦਾ ਰਾਜ ਸੀ, ਕਿਉਂਕਿ ਸਿੱਖਾਂ ਕੋਲ ਇੱਕ ਸੰਕਲਪ ਹੈ। ਬਦਕਿਸਮਤੀ ਇਹ ਆ ਕਿ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਗਿਆਨ ਵਿਹੂਣੀ ਹੈ, ਉਹ ਦੱਸ ਨਹੀਂ ਸਕੀ ਦੁਨੀਆ ਨੂੰ। ਤੋ ਸਿੱਖਾਂ ਦੇ ਕੋਲ ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਦਲਾ ਸ਼ਬਦ ਨਹੀਂ, ਨਿਆਂ ਸ਼ਬਦ 3 ਵਾਰੀ ਆਉਂਦਾ। ਭੋਗਲ ਸਾਹਿਬ 3 ਵਾਰੀ ਨਿਆਂ ਲੈਣਾ, ਨਿਆਂ ਦੇਣਾ ਵੀ ਹੈ। ਤੁਹਾਡੀ ਜ਼ਿੰਮੇਵਾਰੀ ਹੈ ਨਿਆਂ ਦੇਣਾ ਤੁਹਾਨੂੰ। ਸਿੱਖਾਂ ਨੇ 40 ਸਾਲ ਨਹੀਂ 60 ਸਾਲ ਰਾਜ ਕੀਤਾ। ਮਿਸਲਾਂ ਦਾ ਵੀ ਰਾਜ ਆ, ਰਣਜੀਤ ਸਿੰਘ ਦਾ ਵੀ ਰਾਜ ਆ। ਰਣਜੀਤ ਸਿੰਘ ਦਾ ਰਾਜ ਨਹੀਂ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀਆਂ ਕਦਰਾਂ ਕੀਮਤਾਂ ਤੇ ਬਣਿਆ ਹੋਇਆ ਰਾਜ ਹੈ, ਜਿੱਥੇ ਕਿਸੇ ਇੱਕ ਬੰਦੇ ਨੂੰ ਮਜਬੂਰ ਨਹੀਂ ਕੀਤਾ ਵੀ ਤੇਰੇ ਵੱਡੇ ਵਡੇਰਿਆਂ ਨੇ ਸਾਡੇ ਗੁਰੂਆਂ ਨੂੰ ਸ਼ਹੀਦ ਕੀਤਾ ਸੀ। ਸ਼ਹੀਦ ਬਲੀ ਤਾਂ ਹਿੰਦੂਆਂ ਦੀ ਹੁੰਦੀ ਹੈ। ਸ਼ਹੀਦ ਕੀਤਾ ਸੀ, ਉਹਨਾਂ ਦੀ ਪਰਸੀਕਿਊਸ਼ਨ ਕੀਤੀ ਸੀ, ਉਹਨਾਂ ਨੂੰ ਟੌਰਚਰ ਕੀਤਾ ਸੀ, ਜੇਲ੍ਹਾਂ 'ਚ ਸਿੱਟਿਆ ਸੀ, ਉਹਨਾਂ ਤੇ ਤਸ਼ੱਦਦ ਕੀਤਾ ਸੀ, ਉਹਨਾਂ ਦੇ ਪਰਿਵਾਰਾਂ ਤੇ ਕੀਤਾ। ਸਿੱਖਾਂ ਦਾ ਮੁੱਲ ਰੱਖਿਆ। ਅਸੀਂ ਕਿਸੇ ਤੋਂ ਬਦਲਾ ਨਹੀਂ ਲੈਣਾ।
ਤੁਹਾਡਾ ਵੀ ਇਸ ਰਾਜ ਦੇ ਵਿੱਚ ਓਨਾ ਹੀ ਹੱਕ ਹੈ ਜਿੰਨਾ ਇੱਕ ਸਿੱਖ ਦਾ ਹੈ। ਕਿੱਡੀ ਵੱਡੀ ਗੱਲ ਹੈ, ਕਿੱਡੀ ਕਿਸੇ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਗੱਲ ਨਹੀਂ ਹੋਈ। ਇਸ ਵੇਲੇ ਜਿਸ ਤਰੀਕੇ ਨਾਲ ਹਾਲਾਤ ਬਣੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਤਾਂ ਜਾਂ ਜਥੇਦਾਰ ਸਾਹਿਬ ਦੇ ਬਿਆਨਾਂ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਉਨੀ ਉਹਨਾਂ ਦੀ ਅਹਿਮੀਅਤ ਨਹੀਂ ਰਹੀ ਜਿੰਨੀ ਪਹਿਲਾਂ ਹੁੰਦੀ ਸੀਗੀ। ਕਿਹਨਾਂ ਦੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸਾਹਿਬ ਦੀ। ਅਕਸਰ ਇਹ ਸਵਾਲ ਰਹਿੰਦਾ ਕਿ ਬਾਦਲਾਂ ਵੱਲੋਂ ਲਗਾਏ ਗਏ ਨੇ, ਇਸ ਕਰਕੇ ਬਹੁਤ ਸਾਰੇ ਸਵਾਲ ਕਿੰਤੂ-ਪਰੰਤੂ ਰਹਿੰਦੇ ਨੇ। ਬਾਦਲ ਪਰਿਵਾਰ ਜਾਂ ਅਕਾਲੀ ਦਲ ਇਸ ਵੇਲੇ ਵਿਰੋਧ ਕਰ ਰਿਹਾ, ਤੁਹਾਨੂੰ ਲੱਗਦਾ ਕਿ ਉਹਨਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਉਹ ਵਾਜਬ ਹੈ? ਦੇਖੋ, ਸਾਡੀ ਬਦਕਿਸਮਤੀ ਭੋਗਲ ਸਾਹਿਬ ਇਹ ਆ, ਜਿਹੜਾ ਸਿੱਖ ਧਰਮ ਹੈ ਨਾ, ਉਹ ਇੱਕ ਬਹੁਤ ਬਹੁਤ ਗਿਆਨ ਦੇ ਵਿੱਚ ਬੱਝਿਆ ਹੋਇਆ ਧਰਮ ਹੈ। ਗਿਆਨ ਦੇ ਉੱਤੇ ਗੁਰੂ ਮਹਾਰਾਜ ਨੇ ਸਾਰੀ ਕਲਪਨਾ ਕੀਤੀ ਹੈ ਆਪਣੀ। ਤੋ ਸਾਡੇ ਜਿਹੜੇ ਲੀਡਰ ਉਹ ਗਿਆਨ ਵਿਹੂਣੇ ਹੈ, ਉਹ ਗੱਲ ਕਰਨ ਦੇ ਕਾਬਲ ਹੀ ਨਹੀਂ। ਅਸੀਂ ਦੇਖੋ ਨੇਸ਼ਨ ਸਟੇਟ ਦੇ ਖਿਲਾਫ ਆ। ਨੇਸ਼ਨ ਦੇ ਨਾਂ ਦੇ ਉੱਤੇ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਲੜੀ ਗਈ। ਉੱਧਰ ਵੀ ਕ੍ਰਿਸਚਨ, ਇੱਧਰ ਵੀ ਕ੍ਰਿਸਚਨ। ਉੱਧਰ ਵੀ ਉਹ ਚਰਚਾ 'ਚ ਟੱਲੀਆਂ ਖੜਕਾ ਰਹੇ, ਇੱਧਰ ਵੀ ਉਹ ਚਰਚਾ 'ਚ ਬਾਈਬਲ ਫੜ ਕੇ ਟੱਲੀਆਂ ਖੜਕਾ ਰਹੇ। ਲੜਾਈ ਕਿਸ ਗੱਲ ਦੀ ਹੈ? ਲੜਾਈ ਨੇਸ਼ਨ ਦੇ ਉੱਤੇ ਹੋ ਰਹੀ ਹੈ। ਨੇਸ਼ਨ ਜ਼ੁਲਮ ਕਰਦੀ ਆ ਔਰ ਲੱਖਾਂ ਬੇਗੁਨਾਹ ਲੋਕ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ 'ਚ ਮਾਰੇ ਗਏ। ਸਾਰੀ ਦੁਨੀਆ ਨੂੰ ਪਤਾ। ਸਟੇਟ ਦੇ ਨਾਂ ਦੇ ਉੱਤੇ ਮਾਰੇ ਗਏ। ਸਟੇਟ ਇੱਕ ਮੈਨ ਮੇਡ ਟੈਰੀਟਰੀ ਆ। ਗੁਰੂ ਤਾਂ ਇਸ ਤੋਂ ਬਹੁਤ ਉੱਤੇ ਆ। ਉਹ ਕਹਿ ਰਿਹਾ ਵੀ ਮੈਂ ਤਾਂ ਮਤਲਬ ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ। ਅਸੀਂ ਅਰਦਾਸ ਕੀ ਕਰਦੇ ਹਾਂ? ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਕੌਣ ਆ ਨਿਓਟਾ? ਇਹ ਥੋੜ੍ਹਾ ਦੱਸਿਆ ਵੀ ਸਿੱਖ ਹੀ ਨਿਓਟਾ, ਹਿੰਦੂ ਵੀ ਨਿਓਟਾ, ਮੁਸਲਮਾਨ ਵੀ ਨਿਓਟਾ, ਈਸਾਈ ਵੀ ਨਿਓਟਾ, ਕੋਈ ਹੋ ਸਕਦਾ ਨਿਓਟਾ। ਜਿਸ ਇਨਸਾਨ ਦੇ ਉੱਤੇ ਕੋਈ ਕਿਸੇ ਕਿਸਮ ਦਾ ਤਸ਼ੱਦਦ ਹੋ ਰਿਹਾ, ਉਸ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਸਿਤਮ ਹੋ ਰਿਹਾ, ਖਾਲਸੇ ਨੇ ਉਹਦੇ ਹੱਕ ਵਿੱਚ ਖੜਾ ਹੋ ਕਿਰਪਾਨ ਦਿੱਤੀ ਆ, ਤਲਵਾਰ ਨਹੀਂ ਦਿੱਤੀ। ਤੋ ਮਹਾਰਾਜ ਨੇ ਦੇਖੋ, ਮੈਂ ਹੁਣ ਪਿੱਛੇ ਜੇ ਇੱਕ ਇਹਨਾਂ ਨੇ ਸੈਮੀਨਾਰ ਕੀਤਾ 7 ਸੈਕਟਰ ਦੇ, ਉਹਦੇ ਵਿੱਚ ਮੈਂ ਉਹਨਾਂ ਨੂੰ ਦੱਸੀ, ਮੈਂ ਕਿਹਾ ਉਹ ਬੇਵਕੂਫੋ, ਆਪਣਾ ਕਿਰਦਾਰ ਇਤਨਾ ਉੱਚਾ ਕਰ ਲਓ ਜਿਸ ਕਿਰਦਾਰ ਦੇ ਸਾਹਮਣੇ ਕੋਈ ਖੜ ਨਾ ਸਕੇ। ਗੁਰੂ ਨਾਨਕ ਦੇ ਮਹਾਰਾਜ ਦਾ ਕਿਰਦਾਰ ਇਤਨਾ ਉੱਚਾ ਸੀ, ਸਿੱਧੇ ਤੌਰ ਤੇ ਅੱਖ ਨਾਲ ਅੱਖ ਮਿਲਾ ਕੇ ਕਹਿਤਾ ਸੀ ਬਾਬਰ ਨੂੰ, ਤੂੰ ਜਾਬਰ ਆ। ਇਸੇ ਤਰੀਕੇ ਨਾਲ ਪੰਜਵੇਂ ਪਾਤਸ਼ਾਹ ਨੇ ਸ਼ਹਾਦਤ ਦੇ ਦਿੱਤੀ। ਅੱਗਾਂ ਦੀਆਂ ਲਾਟਾਂ ਨਿਕਲਣੀਆਂ, ਚੰਗਿਆੜੇ ਨਿਕਲੇ। ਮਹਾਰਾਜ ਦੇ ਚਿਹਰੇ ਤੇ ਕੋਈ ਕਿਸੇ ਕਿਸਮ ਦਾ ਉਹ ਨਹੀਂ ਹੈ ਵੀ ਕੋਈ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਜਾਂ ਕੁਝ, ਉਹ ਬਲਕਿ ਉਹ ਕਹਿੰਦੇ ਆ, ਇਹਨਾਂ ਲਾਟਾਂ ਦੇ ਵਿੱਚੋਂ ਮੈਨੂੰ ਇੱਕ ਕੌਮ ਪੈਦਾ ਹੁੰਦੀ ਦਿਖਦੀ। ਔਰ ਫਿਰ ਹੋਇਆ ਕੀ ਦੇਖੋ, 6ਵੇਂ ਪਾਤਸ਼ਾਹ ਨੂੰ ਸ਼ਾਹਜਹਾਨ ਨੇ ਕੈਦ ਕਰਤਾ ਗਵਾਲੀਅਰ ਦੇ ਕਿਲੇ 'ਚ। ਤਾਂ ਉੱਥੇ ਸਿੱਖ ਜਾਂਦੇ ਆ, ਪੰਜਾਬ ਤੋਂ ਹੀ ਜਾਂਦੇ ਆ ਨਾ, ਜਾਂ ਆਲੇ ਦੁਆਲੇ ਇਸ ਏਰੀਏ ਤੋਂ, ਇੱਥੇ ਹੀ ਸਿੱਖ ਆ। ਉਹ ਜਾਂਦੇ ਆ, ਜਾ ਕੇ ਨਤਮਸਤਕ ਹੁੰਦੇ ਆ ਉਸ ਦੀ ਦੀਵਾਰ ਦੇ ਨਾਲ ਹੀ, ਕਿਲੇ ਦਾ। ਬਹੁਤ ਵੱਡਾ ਕਿਲਾ ਉਹ। ਮੈਂ ਗਵਾਲੀਅਰ ਇੱਕ ਵਾਰੀ ਗਿਆ ਸੀ ਯੂਨੀਵਰਸਿਟੀ ਕਰਨੀਓ ਕਿਸੇ ਕੰਮ, ਮੈਂ ਤਾਂ ਗੱਡੀ 'ਚ ਬੈਠ ਕੇ ਗਿਆ। ਮੈਂ ਦੇਖਦਾ ਗਿਆ, ਮੇਰੇ ਦਿਮਾਗ 'ਚ ਉਹ ਚੀਜ਼ ਰਹੀ, ਕਿਤਨੀ ਡਿਫੀਕਲਟ ਟੈਰੇਨ। ਕਿਤੇ ਪਹਾੜ ਆ, ਕਿਤੇ ਪਾਣੀ ਨਹੀਂ, ਕਿਤੇ ਰੇਤਾ ਹੈ, ਕਿਤੇ ਕੁਛ, ਮਤਲਬ ਕੋਈ ਇਸ ਕਿਸਮ ਦੀਆਂ ਬਹੁਤ ਡਿਫੀਕਲਟ ਟੈਰੇਨ। ਕਿੱਥੋਂ ਉਸ ਵੇਲੇ ਕਿੰਨੇ ਕੁ ਸਿੱਖ ਹੋਣਗੇ? ਤੁਸੀਂ ਇਮੈਜਿਨ ਕਰੋ ਕਿੰਨੇ ਕੁ ਸਿੱਖ ਹੋਣਗੇ। ਗੁਰੂ ਨਾਨਕ ਮਹਾਰਾਜ ਤੋਂ ਬਾਅਦ ਹੀ ਸਿੱਖ ਬਣੇ ਨੇ। ਤਾਂ ਗੁਰੂ ਹਰਗੋਬਿੰਦ ਪੀਰ ਮਹਾਰਾਜ ਦੇ ਟਾਈਮ ਦੇ ਵਿੱਚ ਨਤਮਸਤਕ ਹੁੰਦੇ। ਕਿਰਦਾਰ ਆ ਉਸ ਸਿੱਖ ਦਾ। ਉਸ ਸਿੱਖ ਦੇ ਕੋਲ ਇੱਕ ਆਤਮਿਕ ਬਲ ਹੈ, ਉਸ ਦੇ ਕੋਲ ਇੱਕ ਸਪਿਰਿਚੁਅਲਿਟੀ ਹੈ। ਔਰ ਉਹ ਮਤਲਬ ਮਜਬੂਰ ਕਰ ਰਿਹਾ ਮੁਗਲ ਐਂਪਰਰ ਨੂੰ ਕਿ ਉਹ ਮਹਾਰਾਜ ਨੂੰ, 6ਵੇਂ ਪਾਤਸ਼ਾਹ ਨੂੰ ਕੈਦ ਚੋਂ ਕੱਢਣਾ ਪਏਗਾ। ਔਰ ਮਹਾਰਾਜ ਆਪਣੀਆਂ ਸ਼ਰਤਾਂ ਤੇ ਕੈਦ ਚੋਂ ਬਾਹਰ ਆ ਰਹੇ। ਦੇਖੋ ਕਮਾਲ ਦੀ ਗੱਲ, ਮਹਾਰਾਜ 6ਵੇਂ ਪਾਤਸ਼ਾਹ ਆਪਣੀਆਂ ਸ਼ਰਤਾਂ ਰੱਖਦੇ, ਮੈਂ ਨਹੀਂ ਜਾਣਾ ਜੇਲ੍ਹ ਤੋਂ ਬਾਹਰ, ਜਿੰਨੀ ਦੇਰ ਤੂੰ ਆਹ ਜਿਹੜੇ ਬੇਗੁਨਾਹ ਲੋਕ ਆ ਇਹਨਾਂ ਨੂੰ ਤੂੰ ਕੈਦ 'ਚ ਕੀਤਾ ਹੋਇਆ, ਬੇਕਸੂਰ ਲੋਕਾਂ ਨੂੰ, ਇਹਨਾਂ ਨੂੰ ਮੇਰੇ ਨਾਲ ਨਹੀਂ ਛੱਡਦਾ। ਇਹ ਸਰ ਇਹ ਹੈ ਸਿੱਖ ਦਾ ਕਿਰਦਾਰ। ਅੱਜ ਸਿੱਖ ਦਾ ਇਹ ਕਿਰਦਾਰ ਹੋਵੇ, ਮੈਂ ਸਮਝਦਾ ਹਵਾਰਾ ਜੀ ਜਾਂ ਦੂਸਰੇ ਜਿਹੜੇ ਵਿਚਾਰੇ ਬੈਠੇ 5 ਮਿੰਟਾਂ 'ਚ ਬਾਹਰ ਆ ਜਾਣ। ਉਸ ਦੇ ਛਡਾਉਣ ਵਾਲਿਆਂ ਦਾ ਕਿਰਦਾਰ ਹੀ ਗਿਰਿਆ ਹੋਇਆ। ਇਸੇ ਕਰਕੇ ਹੀ ਹਾਲੇ ਤੱਕ ਉਹਨਾਂ ਦੀ ਰਿਹਾਈ ਨਹੀਂ ਹੋ ਸਕੀ, ਕਿਉਂਕਿ ਉਹ ਆਪਣੀ ਈਰਖਾ ਦੇ ਵਿੱਚ ਇਸ ਤਰੀਕੇ ਨਾਲ ਵੱਜੇ ਹੋਏ ਆ ਵੀ ਆਹ ਨਾ ਅੱਗੇ ਲੰਘ ਜੇ, ਉਹ ਨਾ ਅੱਗੇ ਲੰਘ ਜੇ, ਭੋਗਲ ਸਾਹਿਬ ਤੋਂ ਅੱਗੇ ਨਾ ਲੰਘ ਜਾਣ। ਸਮਝੇ ਕਿ ਨਹੀਂ? ਉਹ ਸਮਰਪਿਤ ਨਹੀਂ ਹੈ ਉਸ ਸੱਚਾਈ ਲਈ,
ਉਸ ਇਮਾਨਦਾਰੀ ਲਈ, ਉਸ ਕਿਸਮ ਦੀ ਜਿਹੜੀ ਸ਼ਹਾਦਤ ਆ, ਉਸ ਦੇ ਵੈਲਿਊ ਸਿਸਟਮ ਨੂੰ ਉਹ ਸਮਰਪਿਤ ਨਹੀਂ ਹੈਗੇ। ਤੋ ਅੱਜ ਜੇ ਸਾਡਾ ਸਭ ਤੋਂ ਵੱਡੀ ਜ਼ਰੂਰਤ ਕੀ ਆ, ਸਿੱਖ ਨੂੰ ਕਰੈਕਟਰ ਬਿਲਡ ਕਰਨ ਦੀ ਜ਼ਰੂਰਤ ਆ। ਸਭ ਤੋਂ ਪਹਿਲਾਂ ਉਹੀ ਕੰਮ ਕਰ ਲੈਣ ਜਿਹੜੇ ਰਾਹਾਂ ਤੇ ਸਾਨੂੰ ਗੁਰੂ ਸਾਹਿਬ ਨੇ ਤੋਰਿਆ ਸੀ। ਅਖੀਰਲਾ ਸਵਾਲ ਸਰ, ਇੱਕ ਜ਼ਿਕਰ ਇਹ ਵੀ ਆਉਂਦਾ, ਕਹਿੰਦੇ ਕਿ ਇੱਕ ਅਮਰੀਕੀ ਸਿੱਖ ਕਾਕਸ ਹੈਗਾ, ਕਹਿੰਦੇ ਉਹ ਵੀ ਲਗਾਤਾਰ ਕੰਮ ਕਰ ਰਿਹਾ ਹੈਗਾ ਇਹਨਾਂ ਦੇ ਪਿੱਛੇ, ਅੰਮ੍ਰਿਤਪਾਲ ਸਿੰਘ ਦੇ ਪਿੱਛੇ ਵੀ, ਕਹਿੰਦੇ ਸ਼ਾਇਦ ਉਹੀ ਸਿੱਖ ਹੋਣ। ਮੈਂ ਐਵੇਂ ਤੁਹਾਨੂੰ, ਮੈਂ ਕਿਸੇ ਗੱਲ ਜਿਹਦੀ ਮੈਨੂੰ ਪਤਾ ਨਹੀਂ, ਜਿਹਦੀ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ, ਮੈਂ ਉਹਦੇ ਬਾਰੇ ਤੁਹਾਨੂੰ ਕੀ ਕਹਿ ਸਕਦਾ। ਦੇਖੋ, ਇਹ ਤਾਂ ਉਹਦਾ ਵਕਤ ਦੱਸੂਗਾ। ਹਰ ਆਦਮੀ ਦੀ ਜਿਹੜੀ ਟਰਾਇਲ ਆ ਨਾ, ਵਕਤ ਨਾਲ ਹੋ ਜਾਂਦੀ ਹੈ। ਤੋ ਜੇ ਉਹ ਕੋਈ ਸੱਚੇ ਸੁੱਚੇ ਮਨਸ਼ਾ ਦੇ ਨਾਲ ਗੁਰੂ ਨੂੰ ਸਮਰਪਿਤ ਹੋ ਕੇ ਕੋਈ ਗੱਲ ਕਰ ਰਿਹਾ, ਮੈਂ ਸਮਝਦਾ ਉਹਨੂੰ ਕਾਮਯਾਬੀ ਮਿਲੇਗੀ। ਜੇ ਉਹ ਗੁਰੂ ਨੂੰ ਸਮਰਪਿਤ ਨਹੀਂ, ਆਪਣੇ ਸਵਾਰਥ ਲਈ ਕਰ ਰਿਹਾ, ਤਾਂ ਅੱਜ ਨਹੀਂ ਤਾਂ ਕੱਲ ਨੂੰ ਡਿੱਗੇਗਾ। ਬਹੁਤ ਸ਼ੁਕਰੀਆ ਸਰ। ਸੋ ਸਰ, ਗੁਰਦਰਸ਼ਨ ਸਿੰਘ ਢਿੱਲੋਂ, ਤਮਾਮ ਮਸਲੇ ਸੀਗੇ ਜਿਨ੍ਹਾਂ ਤੇ ਅੱਜ ਚਰਚਾ ਕਰਨੀ ਬਣਦੀ ਸੀ, ਕਿਉਂਕਿ ਪਾਣੀਆਂ ਦੇ ਮਸਲੇ ਤੇ ਬੜੀ ਪਕੜ ਹੈਗੀ ਹੈ, ਉਸ ਮਸਲੇ ਤੇ ਵੀ ਚਰਚਾ ਕੀਤੀ। ਨਾਲ ਦੀ ਨਾਲ ਇਸ ਵੇਲੇ ਕੁਝ ਸਿੱਖ ਮਸਲੇ ਸੀਗੇ ਜਿਨ੍ਹਾਂ ਤੇ ਬਹੁਤ ਸਾਰੇ ਲੋਕ ਟਿੱਪਣੀ ਕਰ ਰਹੇ ਨੇ, ਬਹੁਤ ਸਾਰੇ ਲੋਕ ਚਰਚਾ ਕਰ ਰਹੇ ਨੇ, ਤਾਂ ਉਹਨਾਂ ਮਸਲਿਆਂ ਤੇ ਵੀ ਚਰਚਾ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ ਹਕੀਕਤ ਹੈ ਕਿ ਧੁਰਾ ਕੀ ਹੈਗਾ। ਤਾਂ ਉਹਨਾਂ ਨੇ ਬੜੇ ਵਿਭਾਗ ਢੰਗ ਦੇ ਨਾਲ ਆਪਣੇ ਵੱਲੋਂ ਬਹੁਤ ਸਾਰੀਆਂ ਤਕਰੀਰਾਂ ਦਿੱਤੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਨੇ ਕਿ ਕਿਸ ਤਰੀਕੇ ਦੇ ਹਾਲਾਤ ਨੇ, ਕੀ ਕਾਰਨ ਰਹੇ ਨੇ ਇਸ ਵੇਲੇ ਜਿਹੜੇ ਇਹਨਾਂ ਹਾਲਾਤਾਂ ਦੇ ਵਿੱਚ ਸਿੱਖ ਕੌਮ ਇਸ ਵੇਲੇ ਪਹੁੰਚੀ ਹੋਈ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਫਿਲਹਾਲ ਇੱਥੇ ਤੁਹਾਡੇ ਤੋਂ ਅੱਗੇ ਲੈਣੀ ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।